गुरु अमरदास पद बंद रामदास अर्जन गुरु पर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है भगत वैराग ਸਾਹਿਬ ਉਦਦ ਹਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਆਪਣਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸਕਤ ਕਰ ਸਿਫਤ ਤੁਮਾਰੀ आप लिहो तुम कथा सुधारी चौपई और सुनो आल सिंह गल मिलियो पंथ को जिम झब चल वाहिगुरु जी का खालसा वाहिगुरु जी की फतेह। गुरु महाराज की साजी नवाजी होई गुरु खालसा साध संगत जी ਗੁਰੂ ਸਾਹਿਬਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਸ਼ਾਮਾਂ ਦੇ ਦੀਵਾਨ ਸਜਦੇ ਹਨ ਔਰ ਪਿਛਲੇ ਕਾਫੀ ਸਮੇਂ ਤੋਂ ਸਤਿਗੁਰੂ ਜੀ ਦਾਸ ਦੇ ਸਰੀਰ ਤੋਂ ਕਥਾ ਦੀ ਸੇਵਾ ਲੈ ਰਹੇ ਹਨ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚੋਂ ਖਾਲਸੇ ਪੰਥ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਸੀ। ਅੱਜ ਆਪਾਂ ਇਸ ਲੜੀ ਦੀ ਸਮਾਪਤੀ ਕਰਨੀ ਹੈ। ਉਹ ਸਮਾਂ ਜਦੋਂ 18ਵੀਂ ਸਦੀ ਵਿੱਚ ਸਿੰਘਾਂ ਨੇ ਬੜੀਆਂ ਘਾਲਣਾ ਘਾਲੀਆਂ, ਬੜੇ ਮਹਾਨ ਸਾਕੇ ਜੰਗ ਯੁੱਧ ਪਵਾੜੇ ਹੋਏ ਔਰ ਇੱਕ ਦੋ ਨਹੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸ਼ਹੀਦੀਆਂ ਹੋਈਆਂ। ਉਹਨਾਂ ਸਾਰੀਆਂ ਸ਼ਹੀਦੀਆਂ ਦਾ ਸਦਕਾ ਖਾਲਸੇ ਦਾ ਰਾਜ ਕਾਇਮ ਹੋਇਆ। ਪਹਿਲਾਂ ਮਿਸਲਾਂ ਦਾ ਕਾਇਮ ਹੋਇਆ ਰਾਜ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ। ਇਹ ਨਵੀਨ ਪੰਥ ਪ੍ਰਕਾਸ਼ ਵਿੱਚ ਸਾਰੀ ਕਥਾ ਵਿਸਥਾਰ ਨਾਲ ਆਉਂਦੀ ਹੈ ਕਿਉਂਕਿ ਪ੍ਰਾਚੀਨ ਪੰਥ ਪ੍ਰਕਾਸ਼ ਦਾ ਵਿਸ਼ਾ ਇਹ ਸੀ ਕਿ ਸਿੰਘਨ ਪਾਇਓ ਰਾਜ ਕਿਮ ਕਿਨ ਦੀਨੋ ਪਾਤਸ਼ਾਹੀ। ਇਸ ਕਰਕੇ ਦੀ ਇੱਥੇ ਸਮਾਪਤੀ ਹੈ। ਬਾਬਾ ਬਘੇਲ ਸਿੰਘ ਕਰੋੜ ਸਿੰਘੀਆ ਜਥੇਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਦਿੱਲੀ ਤੇ ਜਾ ਪਹੁੰਚੇ। ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਚਲਾ ਦਿੱਤੇ। ਗੁਰਦੁਆਰਾ ਸੀਸਗੰਜ ਸਾਹਿਬ, ਰਕਾਬਗੰਜ, ਬੰਗਲਾ ਸਾਹਿਬ, ਬਾਲਾ ਸਾਹਿਬ, ਮਾਤਾ ਸੁੰਦਰੀ ਜੀ, ਨਾਨਕ ਪਿਆਊ, ਮਜਨੂ ਦਾ ਟਿੱਲਾ, ਇਹਨਾਂ ਸਾਰੇ ਗੁਰਦੁਆਰਿਆਂ ਦੀ ਸੇਵਾ ਬਾਬੇ ਬਘੇਲ ਸਿੰਘ, ਬਾਬੇ ਜੱਸਾ ਸਿੰਘ ਆਹਲੂਵਾਲੀਏ ਨੇ ਕਰਵਾਈ। ਦਿੱਲੀ ਦੇ ਵਿੱਚ ਪਹਿਲਾਂ ਤਾਂ ਗੁਰਦੁਆਰਾ ਸੀਸਗੰਜ ਵਾਲੀ ਜਗ੍ਹਾ ਉੱਤੇ ਤੁਰਕਾਂ ਨੇ ਮਸੀਤ ਬਣਾਈ ਹੋਈ ਸੀ। ਪਤਾ ਨਹੀਂ ਸੀ ਲੱਗ ਰਿਹਾ ਗੁਰੂ ਘਰ ਕਿੱਥੇ ਹੈ ਔਰ ਮਹਾਰਾਜ ਦੀ ਸ਼ਹੀਦੀ ਨੂੰ ਲਗਭਗ 106-7 ਸਾਲ ਹੋ ਚੁੱਕੇ ਸਨ। ਉਸ ਵੇਲੇ ਦਾ ਕੋਈ ਬਜ਼ੁਰਗ ਲੱਭਣਾ ਪੈਣਾ ਸੀ। ਸਿੰਘਾਂ ਨੇ ਐਲਾਨ ਕੀਤਾ ਜਿਹੜਾ ਕੋਈ ਉਸ ਸਮੇਂ ਦਾ ਬਜ਼ੁਰਗ ਹੋਵੇ ਸਾਨੂੰ ਮਿਲੇ, ਅਸੀਂ ਉਹਨੂੰ ਮੂੰਹ ਮੰਗਿਆ ਇਨਾਮ ਬਖਸ਼ਿਸ਼ ਕਰਾਂਗੇ। ਇੱਕ ਮਾਸ਼ਕਣ ਜਿਹੜੇ ਪਾਣੀ ਭਰਦੇ ਹਨ, ਮਾਸ਼ਕੀ ਲੋਕ, ਪਾਣੀ ਭਰਨ ਵਾਲੀ ਮਾਸ਼ਕੀ ਜਾਤੀ ਦੀ ਬਜ਼ੁਰਗ ਮਾਈ 115 ਸਾਲ ਦੀ ਆਯੂ ਦੀ ਉਹ ਮਿਲੀ ਔਰ ਉਸਨੇ ਦੱਸਿਆ ਕਿ ਆ ਜਿੱਥੇ ਮਸੀਤ ਬਣੀ ਹੋਈ ਹੈ ਖੂਹ ਹੈ, ਇਸ ਖੂਹ ਦੇ ਲਾਗੇ ਜਿੱਥੇ ਮਸੀਤ ਦੀ ਦੀਵਾਰ ਹੈ ਯਾਨੀ ਮਸੀਤ ਦਾ ਇੱਕ ਕੋਨਾ ਹੈ, ਇਸ ਜਗ੍ਹਾ ਤੇ ਤੁਹਾਡੇ ਗੁਰੂ ਬੈਠੇ ਸਨ। ਇਸ਼ਨਾਨ ਖੂਹੀ ਤੋਂ ਕਰਕੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਤੇ ਜਲਾਲੂਦੀਨ ਸਰਮਾਣੇ ਦੇ ਜਲਾਦ ਨੇ ਤੇਗ ਦਾ ਵਾਰ ਕਰਕੇ 11 ਨਵੰਬਰ 1675 ਨੂੰ ਮਹਾਰਾਜ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਸੀ। ਇਹ ਸੁਣ ਕੇ ਸਿੰਘਾਂ ਨੂੰ ਰੋਹ ਚੜ੍ਹ ਗਿਆ ਤੇ ਉਹਨਾਂ ਨੇ ਮਸੀਤ ਢਾਣੀ ਸ਼ੁਰੂ ਕਰ ਦਿੱਤੀ। ਜਦੋਂ ਮਸੀਤ ਢਾਣੀ ਸ਼ੁਰੂ ਕਰ ਦਿੱਤੀ ਤਾਂ ਰੌਲਾ ਪੈ ਗਿਆ। ਮੁਸਲਮਾਨਾਂ ਨੇ ਸ਼ਹਿਰ ਵਿੱਚ
ਮੁਲਾਣਿਆਂ ਨੇ, ਕਾਜ਼ੀਆਂ ਨੇ ਬੜਾ ਪ੍ਰਾਪੇ ਗੰਡਾ ਕੀਤਾ ਔਰ ਬਹੁਤ ਰੌਲਾ ਪਿਆ। ਬਾਦਸ਼ਾਹ ਨੂੰ ਮਜਬੂਰ ਕਰ ਦਿੱਤਾ ਕਿ ਤੂੰ ਮੁਸਲਮਾਨ ਹੋ ਕੇ ਮਸੀਤ ਢਵਾ ਰਿਹਾ ਹੈ, ਕਾਫਰਾਂ ਦੀ ਮਦਦ ਕਰ ਰਿਹਾ ਹੈ। ਬਾਦਸ਼ਾਹ ਦੋਵੇਂ ਪਾਸਿਓਂ ਫਸਿਆ ਸੀ, ਸਿੰਘਾਂ ਤੋਂ ਵੀ ਡਰ ਸੀ ਔਰ ਉੱਧਰੋਂ ਮੁਲਾਣਿਆਂ ਤੋਂ ਵੀ। ਬਾਬਾ ਬਘੇਲ ਸਿੰਘ ਨੂੰ ਕਹਿਣ ਲੱਗਾ, ਜੀ ਮੈਂ ਬੜਾ ਫਸ ਗਿਆ, ਮੇਰਾ ਕੋਈ ਹੱਲ ਕਰੋ। ਬਾਬਾ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ, ਜੇ ਇਹ ਕਾਜੀ ਮੁਲਾਣੇ ਤੈਨੂੰ ਆਪੇ ਹੀ ਲਿਖ ਕੇ ਦੇ ਦੇਣ ਬਈ ਮਸੀਤ ਢਾਣ ਦੇ ਸਾਨੂੰ ਕੋਈ ਇਤਰਾਜ਼ ਨਹੀਂ, ਫਿਰ ਉਹ ਕਹਿੰਦੇ ਜੇ ਇਹ ਕੰਮ ਹੋ ਜਾਵੇ ਫਿਰ ਚਾਹੀਦਾ ਕੀ ਹੈ, ਛੇਤੀ ਕਰਾਓ। ਬਾਬਾ ਜੀ ਨੇ 100 ਸਿੰਘਾਂ ਦੇ ਜਥੇ ਬਣਾਏ। ਗੱਭਰੂ ਨੌਜਵਾਨ ਸਿੰਘਾਂ ਨੇ ਜਥੇ ਬਣਾ ਲਏ ਤੇ ਰਾਤ ਨੂੰ ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਘਰਾਂ ਤੇ ਜਾ ਕੇ ਕਬਜ਼ਾ ਕਰ ਲਿਆ। ਸੁੱਤੇ ਪਏ ਦੱਬ ਲਏ, ਧੌਣਾ ਦੇ ਤੇਗਾਂ ਰੱਖ ਕੇ ਉਹਨਾਂ ਕੋਲੋਂ ਲਿਖਵਾ ਲਿਆ ਵੀ ਸਾਨੂੰ ਮਸੀਤ ਢਾਣ ਵਿੱਚ ਤੇ ਗੁਰੂ ਘਰ ਬਣਾਉਣ 'ਚ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਡਰਦਿਆਂ ਨੇ ਲਿਖ ਦਿੱਤਾ। ਸਾਰਿਆਂ ਦੀ ਫਾਈਲ ਬਣਾ ਕੇ ਸਵੇਰੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ਤੇ ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਨੇ ਜਦੋਂ ਕਾਜ਼ੀ ਮੁਲਾਣਿਆਂ ਦੀ ਉਹਨਾਂ ਦੇ ਹੱਥ ਵੱਢੇ ਗਏ, ਫਿਰ ਕਿਹਨੇ ਰੋਕਣਾ ਸੀ, ਰੌਲਾ ਪਾਉਣਾ ਸੀ। ਮਸੀਤ ਢਾਹ ਕੇ ਗੁਰਦੁਆਰਾ ਸੀਸਗੰਜ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਰਕਾਬਗੰਜ ਵਾਲੀ ਥਾਂ ਤੇ ਵੀ ਮਸੀਤ ਬਣਾਈ ਹੋਈ ਸੀ, ਉਹ ਵੀ ਸਿੰਘਾਂ ਨੇ ਢਾਹ ਕੇ ਗੁਰਦੁਆਰਾ ਬਣਾਇਆ। ਬੰਗਲਾ ਸਾਹਿਬ, ਬਾਲਾ ਸਾਹਿਬ ਗੁਰਦੁਆਰੇ ਦਿੱਲੀ 'ਚ ਕਾਇਮ ਕੀਤੇ, ਦਿੱਲੀ ਫਤਿਹ ਕੀਤੀ। ਪਰ ਉਸ ਵੇਲੇ ਖਾਲਸਾ ਤਿਆਗੀ ਬਿਰਤੀ ਵਾਲਾ ਸੀ। ਸ਼ਮਰੂ ਦੀ ਬੇਗਮ ਬਾਬੇ ਬਘੇਲ ਸਿੰਘ ਦੀ ਭੈਣ ਬਣੀ ਹੋਈ ਸੀ। ਉਹਨੇ ਆ ਕੇ ਬੇਨਤੀ ਕੀਤੀ, ਖਾਲਸਾ ਜੀ, ਬਾਦਸ਼ਾਹ ਖਾਲਸੇ ਦਾ ਰਿਣੀ ਰਹਿਣਾ ਚਾਹੁੰਦਾ ਹੈ, ਇਹਨੂੰ ਕਿਰਪਾ ਕਰਕੇ ਰਾਜ ਬਖਸ਼ ਦਿਓ। ਸਿੰਘ ਦਿੱਲੀ ਛੱਡ ਆਏ ਸਨ। ਕਈ ਵਾਰੀ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਤੇ ਕਈ ਵਾਰੀ ਛੱਡੀ। ਉਦੋਂ ਇਹ ਕਹਾਵਤ ਬਣ ਗਈ ਸੀ, ਜਿਹੋ ਜਿਹੀ ਬਿੱਲੀ ਮਾਰੀ ਉਹੋ ਜਿਹੀ ਦਿੱਲੀ ਮਾਰੀ। ਰਾਜ ਨੂੰ, ਤਾਜ ਤਖਤਾਂ ਨੂੰ ਠੋਕਰ ਮਾਰ ਕੇ ਕਈ ਵਾਰੀ ਰਾਜ ਖੋਹ ਕੇ ਛੱਡ ਦਿੰਦੇ, ਇੰਨੇ ਬੇਪਰਵਾਹ ਸਿੰਘ ਸਨ। ਸੋ ਔਰ ਇਸੇ ਸਮੇਂ ਹੀ ਪਟਿਆਲੇ ਦੇ ਰਾਜੇ ਸਰਦਾਰ ਆਲਾ ਸਿੰਘ ਜੀ, ਉਹਨਾਂ ਨੇ ਵੀ ਸਿੰਘਾਂ ਨਾਲ ਸੁਲ੍ਹਾ ਸਫਾਈ ਕੀਤੀ, ਕਿਉਂਕਿ ਪਹਿਲਾਂ ਅਬਦਾਲੀ ਨਾਲ ਰਲ ਕੇ ਇੱਕ ਵਾਰੀ ਉਹਦੀ ਈਨ ਮੰਨ ਬੈਠੇ ਸਨ। ਉਹਦੇ ਕਰਕੇ ਇਹਨਾਂ ਨੂੰ ਤਨਖਾਹ ਲੱਗੀ ਖਾਲਸੇ ਪੰਥ ਵੱਲੋਂ। ਬਾਬਾ ਜੱਸਾ ਸਿੰਘ ਜੀ ਨੇ ਫਿਰ ਇਹਨਾਂ ਨੂੰ ਆਪਸ ਵਿੱਚ ਰਲਾਇਆ। ਉਹ ਕਥਾ ਅੱਜ ਦੇ ਪ੍ਰਕਰਨਾਂ ਵਿੱਚ ਅਖੀਰਲਾ ਪ੍ਰਕਰਨ ਆਪਾਂ ਸਰਵਣ ਕਰੀਏ, ਫਿਰ ਸਮਾਪਤੀ ਕਰੀਏ ਜੀ। ਸਾਰੀ ਸੰਗਤ ਪਿਆਰ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਔਰ ਸੁਣੋ ਆਲਾ ਸਿੰਘ ਗੱਲ। ਆਲਾ ਸਿੰਘ ਪਟਿਆਲੇ ਦੇ ਰਾਜੇ ਦੀ ਗੱਲ ਸੁਣੋ। ਮਿਲਿਓ ਪੰਥ ਕੋ ਜਿਮ ਝੱਬ ਚੱਲ। ਉਹ ਬੜੀ ਛੇਤੀ ਨਾਲ ਖਾਲਸੇ ਪੰਥ ਦੇ ਨਾਲ ਰਲ ਗਿਆ, ਪੰਥ ਨੂੰ ਮਿਲਿਆ ਤੇ ਭਰਾ ਭਰਾਵਾਂ ਦੇ ਜਿਵੇਂ ਹੁਣ ਕਹਾਵਤ ਚਲੀ ਆਉਂਦੀ ਹੈ, ਸਿੰਘ ਫਿਰ ਇਕੱਠੇ ਹੋ ਗਏ। ਲਗੇ ਪੰਥ ਕੇ ਦਿਸਨ ਨਿਸ਼ਾਨ। ਜਦੋਂ ਆਲਾ ਸਿੰਘ ਆਇਆ, ਜਦੋਂ ਉਹਨੂੰ ਪੰਥ ਦੇ ਨਿਸ਼ਾਨ ਸਾਹਿਬ, ਜਿੱਥੇ ਖਾਲਸਾ ਪੰਥ ਦੀ ਛਾਉਣੀ ਸੀ, ਨਿਸ਼ਾਨ ਸਾਹਿਬ ਲੱਗਿਆ ਨਜ਼ਰ ਆਇਆ। ਸੁਣਿਓ ਪੰਥ ਕੋ ਲੱਗਿਓ ਦੀਵਾਨ। ਉੱਥੇ ਖਾਲਸੇ ਪੰਥ ਦਾ ਦੀਵਾਨ ਲੱਗਾ ਹੋਇਆ। ਜਦੋਂ ਸੁਣਿਆ ਦੇਖਿਆ, ਹਾਥ ਜੋੜ ਕੇ ਸੀਸ ਝੁਕਾਇਓ। ਹਾਥ ਜੋੜ ਕੇ ਆਲਾ ਸਿੰਘ ਨੇ ਦੂਰੋਂ ਹੀ ਸੀਸ ਝੁਕਾਇਆ ਦੀਵਾਨ ਵੱਲ। ਇਹ ਪੁਰਾਤਨ ਮਰਿਆਦਾ ਸੀ, ਜਦੋਂ ਖਾਲਸੇ ਦਾ ਦੀਵਾਨ ਜਾਂ ਖਾਲਸੇ ਦਾ ਨਿਸ਼ਾਨ ਸਾਹਿਬ ਨਜ਼ਰ ਆਉਂਦਾ ਸੀ, ਸਿੰਘ ਘੋੜੇ ਤੋਂ ਉਤਰ ਕੇ ਪੈਦਲ ਤੁਰਿਆ ਕਰਦੇ ਸਨ ਤੇ ਸਤਿਕਾਰ ਕਰਿਆ ਕਰਦੇ ਸਨ। ਹਾਂਜੀ, ਛੱਡ ਘੋੜਾ ਕੋ ਚਰਨੀ ਧਾਇਓ। ਘੋੜਾ ਛੱਡ ਕੇ ਪੈਦਲ ਆਇਆ ਹੈ ਬਾਬਾ ਆਲਾ ਸਿੰਘ ਪਟਿਆਲੇ ਦਾ ਰਾਜਾ। ਹਾਂਜੀ, ਨਿਵ ਨਿਵ ਕੁਨ ਸੋ ਲੱਗੋ ਕਰਨ। ਨਿਵ ਨਿਵ ਕੇ ਖਾਲਸੇ ਨੂੰ ਚੁੱਕ ਸਲਾਮ ਕਰਦਾ ਹੈ, ਨਮਸਕਾਰ ਕਰਦਾ ਹੈ, ਪੁਨਸ ਕਰਦਾ ਹੈ।
ਮਿਲੈ ਨਿਹੰਗ ਤਿਸ ਛੋਹੈ ਗੋਡੇ ਚਰਨ। ਜਿਹੜੇ ਨਿਹੰਗ ਸਿੰਘ ਬਿਹੰਗਮ ਸਿੰਘ ਮਿਲਦੇ ਹਨ, ਉਹਨਾਂ ਨਿਹੰਗ ਸਿੰਘਾਂ ਦੇ ਗੋਡਿਆਂ ਨੂੰ ਹੱਥ ਲਾਉਂਦਾ, ਨਮਸਕਾਰ ਫਤਿਹ ਬੁਲਾਉਂਦਾ ਹੈ। ਭਰ ਮੁੱਠੀ ਉਸ ਰੁਪਈਅਨ ਦੇ। ਕੋਈ ਵੀ ਨਿਹੰਗ ਸਿੰਘ ਫੌਜ ਬਿਹੰਗਮ ਮਿਲਦਾ, ਇੱਕ ਮੁੱਠੀ ਭਰ ਕੇ ਰੁਪਈਆਂ ਦੀ ਬਿਨਾਂ ਗਿਣਿਆ ਸਿੰਘਾਂ ਨੂੰ ਅਰਦਾਸੇ ਕਰਾਉਂਦਾ ਹੈ। ਕਰਵਾਏ ਅਰਦਾਸ ਔਰ ਖੁਸ਼ੀਆਂ ਲੈ। ਸਿੰਘਾਂ ਨੂੰ ਮਾਇਆ ਅਰਦਾਸ ਕਰਾ ਕੇ ਮਹਾਰਾਜਾ ਆਲਾ ਸਿੰਘ ਖੁਸ਼ੀਆਂ ਲੈ ਰਿਹਾ ਹੈ। ਖਾਲਸੇ ਪੰਥ ਦੀ ਭਾਵਨਾ ਬੜੀ ਰੱਖਦਾ ਸੀ ਰਾਜਾ, ਕਿਉਂਕਿ ਇਹਦੇ ਵੱਡੇ ਵਡੇਰੇ ਬਾਬਾ ਫੂਲ ਸਾਹਿਬ ਜੀ ਨੇ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਸੀ। ਸਿੱਖੀ ਧਾਰਨ ਕਰਕੇ ਰਾਜ ਭਾਗ ਦਾ ਵਰ ਲਿਆ ਸੀਗਾ। ਫਿਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਸਾਬੋ ਕੀ ਤਲਵੰਡੀ ਵਿਰਾਜੇ ਹੋਏ ਸਨ, ਤਾਂ ਇਹਨਾਂ ਦੇ ਵੱਡੇ ਰਾਮ ਸਿੰਘ ਤਰਲੋਕ ਸਿੰਘ ਨੇ ਅੰਮ੍ਰਿਤ ਖੰਡੇ ਦਾ ਛਕ ਕੇ ਸਿੱਖੀ ਧਾਰਨ ਕੀਤੀ ਸੀ। ਉਹਨਾਂ ਦੇ ਅੱਗੋਂ ਉਹਨਾਂ ਦਾ ਹੀ ਪੁੱਤਰ ਪੋਤਰਾ ਆਲਾ ਸਿੰਘ ਖਾਲਸੇ ਦੇ ਨਾਲ ਬੜਾ ਹੀ ਪਿਆਰ ਰੱਖਦਾ ਸੀ। ਜਦੋਂ ਬੁੱਢਾ ਦਲ ਠੀਕਰੀਵਾਲ ਆਇਆ ਸੀ ਬਰਨਾਲੇ ਦੇ ਲਾਗੇ, ਉੱਥੇ ਬਾਬੇ ਆਲਾ ਸਿੰਘ ਨੇ ਬਾਬੇ ਜੱਸਾ ਸਿੰਘ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖੀ ਧਾਰਨ ਕੀਤੀ ਸੀ। ਸੋ ਇਸ ਕਰਕੇ ਬਾਬਾ ਆਲਾ ਸਿੰਘ ਜੀ ਪੰਥ ਦੀ ਮਰਜ਼ਾਦਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਬਿਹੰਗਮ ਨਿਹੰਗ ਸਿੰਘਾਂ ਨੂੰ ਮਾਇਆ ਦੇ ਗੱਫੇ ਦੇ ਕੇ ਖੁਸ਼ੀਆਂ ਲੈ ਰਹੇ ਹਨ। ਘੋੜੋ ਮੋਇਓ ਜੇ ਨਿਹੰਗ ਜੁਧਾਏ। ਜੇ ਕਿਸੇ ਨਿਹੰਗ ਸਿੰਘ ਦਾ ਘੋੜਾ ਮਰ ਗਿਆ ਹੋਵੇ, ਸ਼ਹੀਦ ਹੋ ਗਿਆ ਹੋਵੇ ਜੰਗ ਵਿੱਚ, ਜਾਂ ਬੁੱਢਾ ਘੋੜਾ ਹੋਵੇ ਕਿਸੇ ਦਾ, ਉਹਨੂੰ ਨਵਾਂ ਘੋੜਾ ਆਲਾ ਸਿੰਘ ਦਿੰਦਾ ਹੈ। ਤੁਰਤ ਦੇਹ ਤੇ ਘੋੜੇ ਫੜਵਾਏ। ਆਲਾ ਸਿੰਘ ਦੇਖਦਾ ਕਿਸੇ ਸਿੰਘ ਦਾ ਘੋੜਾ ਨਹੀਂ ਤੇ ਉਹਨੂੰ ਕਹਿੰਦਾ, ਬਾਬਾ ਜੀ ਤੁਹਾਡਾ ਘੋੜਾ ਕਿਵੇਂ ਆ? ਉਹ ਕਹਿੰਦੇ ਚੜ੍ਹਾਈ ਕਰ ਗਿਆ, ਲਓ ਨਵਾਂ ਘੋੜਾ। ਉਹਨੂੰ ਨਵਾਂ ਘੋੜਾ ਦਿੰਦਾ ਹੈ। ਜੇ ਕਿਸੇ ਸਿੰਘ ਦੇ ਚੋਲਾ ਕੋਈ ਨਹੀਂ, ਉਹਨੂੰ ਚੋਲਾ। ਜੇ ਕਿਸੇ ਕੋਲ ਦਸਤਾਰ ਦਮਾਲਾ ਨਹੀਂ, ਉਹਨੂੰ ਦਮਾਲੇ ਦਿੰਦਾ ਹੈ ਮਹਾਰਾਜਾ ਆਲਾ ਸਿੰਘ। ਕਿਸੇ ਟੋਂਬੂ ਕਿਸੇ ਅਰਦਾਸ ਕਰਾਵੇ। ਕਿਸੇ ਨੂੰ ਨਗਦ ਮਾਇਆ ਦੇ ਦਿੰਦਾ ਤੇ ਕਿਸੇ ਨੂੰ ਟੋਂਬੂ ਲਿਖ ਕੇ, ਜਿਆਦੀ ਮਾਇਆ ਦੇਣੀ ਹੋਵੇ ਨਾ, ਕਿਸੇ ਨੂੰ ਲੋੜ ਹੋਵੇ ਵੀ ਮੈਨੂੰ ਮਾਇਆ ਚਾਹੀਦੀ ਹੈ, ਤੇ ਉਹ ਹੁੰਡੀ ਕਰ ਦਿੰਦਾ ਵੀ ਜਾਓ ਬਾਬਾ ਜੀ ਆ ਲਓ ਮਾਇਆ। ਤੁਸੀਂ ਆਪਣਾ ਕੋਈ ਕੰਮ, ਕਿਸੇ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਹੋਵੇ, ਜਾਂ ਕਿਸੇ ਸਿੰਘ ਦਾ ਕੋਈ ਹੋਰ ਕਾਰਜ ਮਾਇਆ ਨਾਲ ਚੱਲਣ ਵਾਲਾ ਹੋਵੇ, ਉਹਨੂੰ ਸਮਝੋ ਜਿਵੇਂ ਅੱਜ ਕੱਲ੍ਹ ਚੈੱਕ ਬਣਾ ਦਿੰਦੇ ਆ, ਉਦੋਂ ਉਹਨੂੰ ਟੋਂਬੂ ਕਹਿੰਦੇ ਸਨ। ਟੋਂਬੂ ਭਰ ਦਿੰਦਾ ਹੈ, ਹੁੰਡੀ ਕਰ ਦਿੰਦਾ ਹੈ, ਤੇ ਕਿਸੇ ਨੂੰ ਨਗਦ ਮਾਇਆ ਅਰਦਾਸੇ ਕਰਾਉਂਦਾ ਹੈ। ਰਸਤੇ ਮਿਲੈ ਸੋ ਇਮ ਪਰਚਾਵੇ। ਬਾਬਾ ਆਲਾ ਸਿੰਘ ਖਾਲਸੇ ਪੰਥ ਦੇ ਦੀਵਾਨ ਵੱਲ ਤੁਰਿਆ ਆ ਰਿਹਾ ਹੈ, ਤੇ ਰਸਤੇ ਜਿੰਨੀਆਂ ਫੌਜਾਂ ਮਿਲ ਰਹੀਆਂ ਨੇ, ਖਾਲਸਾ ਫੌਜਾਂ, ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ। ਅੱਗੇ ਆਇਓ ਦੀਵਾਨ ਸੁਨੇਰਾ। ਅੱਗੇ ਖਾਲਸੇ ਦਾ ਦੀਵਾਨ, ਜਿੱਥੇ ਸਿੰਘਾਂ ਦਾ ਦੀਵਾਨ ਲੱਗਾ ਹੋਇਆ ਸੀ, ਪੰਥ ਖਾਲਸਾ ਸਾਰੀਆਂ ਜਥੇਬੰਦੀਆਂ ਸਿੰਘਾਂ ਦੀਆਂ ਬੈਠੀਆਂ ਸਨ। ਉੱਥੇ ਮਹਾਰਾਜਾ ਆਲਾ ਸਿੰਘ ਪਟਿਆਲਾ ਪਤੀ ਆ ਗਿਆ। ਪੱਗ ਤੇ ਲਾਹੇ ਜੋੜੋ ਤਹਿ ਗੇਰੇ। ਮਹਾਰਾਜੇ ਆਲਾ ਸਿੰਘ ਨੇ ਖਾਲਸੇ ਦੇ ਦੀਵਾਨ 'ਚ ਵੜਨ ਤੋਂ ਪਹਿਲਾਂ ਪੈਰਾਂ 'ਚ ਜੋੜੇ ਲਾ ਕੇ ਪਰੇ ਰੱਖ ਦਿੱਤੇ। ਦੋਹਰਾ ਢੁੱਕ ਢੁੱਕ ਕੁਨ ਸੋ ਬਹੁ ਕਰੈ, ਸੋ ਪਹੁੰਚਿਓ ਪੰਥ ਹਜੂਰ। ਸਿੰਘਾਂ ਨੂੰ ਝੁਕ ਝੁਕ ਕੇ ਫਤਿਹ ਜਾਂਦਾ ਹੈ, ਸਾਰੇ ਖਾਲਸੇ ਨੂੰ ਗੁਰੂ ਦਾ ਰੂਪ ਸਮਝ ਕੇ, ਕਿਉਂਕਿ ਪੰਥ ਖਾਲਸਾ ਮਹਾਰਾਜ ਦਾ ਰੂਪ ਹੈ। ਸਿੰਘ ਪੰਚਨ ਮੈਂ ਮੇਰੋ ਵਾਸਾ, ਮਹਾਰਾਜ ਨੇ ਆਪਣੇ ਖਾਲਸੇ 'ਚ ਵਾਸਾ ਕੀਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਝੁਕ ਝੁਕ ਕੇ ਪੰਥ ਨੂੰ ਫਤਿਹ ਗਜਾਂਦਾ, ਗੁਰੂ ਦਾ ਰੂਪ ਸਮਝ ਕੇ ਮਹਾਰਾਜਾ ਆਲਾ ਸਿੰਘ ਸਿੰਘਾਂ ਦੇ ਦੀਵਾਨ 'ਚ ਆਇਆ ਹੈ। ਹਾਥ ਜੋੜ ਸਿਰ ਪੱਗ ਧਰੇ, ਗੁਰ ਫਤਿਹ ਬੋਲਿਓ ਮੁਖ ਪੂਰ। ਸਾਧ ਸੰਗਤ ਜੀ ਹੱਥ ਜੋੜ ਕੇ ਸਮੂਹ ਖਾਲਸੇ ਨੂੰ ਗੁਰੂ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ, ਤੇ ਨਮਸਕਾਰ ਸਤਿਗੁਰੂ ਜੀ ਦੇ ਸਰੂਪ ਨੂੰ ਕਰਕੇ ਬੈਠ ਗਿਆ ਹੈ। ਚੌਪਈ ਸ਼੍ਰੀ ਵਾਹਿਗੁਰੂ ਕਹਿ ਫਤਿਹ ਬੁਲਾਈ। ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਖਾਲਸੇ ਦੇ ਦੀਵਾਨ ਵਿੱਚ ਮਹਾਰਾਜੇ ਆਲਾ ਸਿੰਘ ਨੇ ਬੁਲਾਈ ਹੈ।
ਅਗਿਓ ਪੰਥ ਸਭ ਬੋਲ ਮਨਾਈ। ਅੱਗੋਂ ਖਾਲਸੇ ਪੰਥ ਨੇ ਵੀ ਖੁਸ਼ੀ ਦੇ ਨਾਲ ਉਹਦੀ ਫਤਿਹ ਦਾ ਜਵਾਬ ਦਿੱਤਾ ਹੈ। ਘੜੀ ਕੋ ਆਲੋ ਸਿੰਘ ਰੱਖਿਓ ਖੜਵਾਏ। ਉਸ ਵੇਲੇ ਬੁੱਢੇ ਦਲ ਦੀ ਪੰਥ ਦੀ ਮਰਜ਼ਾਦਾ ਇਹ ਹੁੰਦੀ ਸੀ, ਜਿਹੜਾ ਵੀ ਸਿੱਖ 1 ਜਾਂ 2 ਦਿਨ ਜਾਂ 1 ਰਾਤ ਕਿਤੇ ਬਾਹਰ ਰਹਿ ਕੇ ਆਉਂਦਾ ਸੀ, 1 ਰਾਤ ਤੋਂ ਜ਼ਿਆਦਾ ਕੋਈ ਬਾਹਰ ਰਹਿੰਦਾ ਸੀ, ਉਹਨੂੰ ਲਿਆ ਕੇ ਜਦੋਂ ਵਾਪਸ ਆਉਂਦਾ ਸੀ ਤਾਂ 1 ਘੜੀ ਉਹਨੂੰ ਪੰਥ ਦੇ ਵਿੱਚ ਖਲੋ ਕੇ ਤਨਖਾਹ ਲਵਾਉਣੀ ਪੈਂਦੀ ਸੀ। ਯਾਨੀ ਜ਼ਿਆਦਾਤਰ ਇਹ ਹੁੰਦਾ ਹੈ ਵੀ ਇੱਕ ਤਾਂ ਸਿੰਘ ਇਕੱਠੇ ਰਹਿਣ, ਬਾਹਰ ਜਾਣ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਖਤਰਾ ਹੁੰਦਾ ਸੀ। ਇੱਕ ਜਥੇਬੰਦੀ ਕਮਜ਼ੋਰ ਹੁੰਦੀ ਜੇ ਸਾਰੇ ਛੁੱਟੀਆਂ ਲੈ ਕੇ ਜਾਣਗੇ ਤੇ ਫੌਜ ਕੀ ਕਰੇਗੀ? ਫੌਜ ਘਟ ਜਾਏਗੀ। ਪੁਰਾਣੇ ਸਿੰਘਾਂ ਨੇ ਬੜੇ ਨਿਯਮ ਪੱਕੇ ਥਾਪੇ ਹੋਏ ਸਨ, ਸੋ ਛੇਤੀ ਕੀਤਿਆਂ ਕੋਈ ਬੰਦਾ ਕੰਮ ਛੁੱਟੀ ਜਾਂਦਾ ਨਹੀਂ ਸੀ। ਜੇ ਜਾਣਾ ਪੈਂਦਾ ਸੀ ਤੇ ਆ ਕੇ ਉਹ ਪੰਥ ਦੀ ਮਰਿਆਦਾ ਅਨੁਸਾਰ 1 ਘੜੀ ਖੜ ਕੇ ਤਨਖਾਹ ਲਵਾਉਂਦਾ ਸੀ, ਭਾਵੇਂ ਕੋਈ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਸ਼ਰਤ ਇੱਕੋ ਹੀ ਸੀ। ਮਹਾਰਾਜਾ ਆਲਾ ਸਿੰਘ ਕਿਉਂਕਿ ਬਾਹਰ ਰਹਿੰਦਾ ਸੀ, ਪੰਥ ਵਿੱਚ ਨਹੀਂ ਸੀ ਰਹਿੰਦਾ, ਜਦੋਂ ਆਲਾ ਸਿੰਘ ਖਾਲਸੇ ਦੇ ਦੀਵਾਨ 'ਚ ਆਇਆ 1 ਘੜੀ ਖੜਾ ਰਹਿ ਕੇ ਉਹਨੇ ਤਨਖਾਹ ਲਵਾਈ ਹੈ। ਹੁਤੀ ਰੀਤ ਜਿਮਤੀ ਪੰਥੇ ਮਾਹੇ। ਜੋ ਖਾਲਸੇ ਪੰਥ ਵਿੱਚ ਰੀਤੀ ਹੁੰਦੀ ਸੀ, ਮਰਜ਼ਾਦਾ ਹੁੰਦੀ ਸੀ 1 ਘੜੀ ਖੜੇ ਕਰਕੇ ਰੱਖਣ ਦੀ, ਆਲਾ ਸਿੰਘ ਤੇ ਵੀ ਉਹ ਸ਼ਰਤ ਲਾਗੂ ਹੋਈ ਹੈ। ਉਹ ਵੀ ਸਿੰਘਾਂ ਦੇ ਦੀਵਾਨ 'ਚ ਇਸ ਤਰ੍ਹਾਂ ਹੱਥ ਜੋੜ ਕੇ 1 ਘੜੀ ਖੜਾ ਰਿਹਾ ਹੈ। ਹੁਤੀ ਮੋਹਰ ਪੰਥ ਆਲੇ ਜਿਮ ਆਲੇ ਸਿੰਘ ਪਾਸ। ਜੋ ਆਲਾ ਸਿੰਘ ਦੇ ਕੋਲ ਪੰਥ ਦੀ ਮੋਹਰ ਉਮਾਨਤ ਸੀ। ਸ਼ਹੀਦ ਦੀਪ ਸਿੰਘ ਕਰ ਲਈ ਅਰਦਾਸ। ਉਹਦੀ ਅਰਦਾਸ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ, ਕਿਉਂਕਿ ਮਾਲਵੇ 'ਚ ਬਾਬਾ ਜੀ ਬਹੁਤ ਰਹੇ ਹਨ। ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਦਮਦਮੇ ਸਾਹਿਬ ਬਹੁਤ ਲੰਮਾ ਸਮਾਂ ਉਹਨਾਂ ਨੇ ਗੁਜ਼ਾਰਿਆ। ਜਨਮ ਤਾਂ ਉਹਨਾਂ ਦਾ ਪਹੂ ਪਿੰਡ ਮਾਝੇ ਦਾ ਸੀਗਾ, ਪਰ ਜ਼ਿਆਦਾਤਰ ਨਿਵਾਸ ਉਹਨਾਂ ਨੇ ਰੱਖਿਆ ਇਹ ਦਮਦਮੇ ਸਾਹਿਬ, ਸਾਬੋ ਕੀ ਤਲਵੰਡੀ। ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦੇ ਸਨ, ਇੱਥੋਂ ਹੀ ਉਹ ਸ਼ਹੀਦੀ ਪਾਉਣ ਲਈ ਅੰਮ੍ਰਿਤਸਰ ਗਏ ਸਨ। ਸੋ ਜਦੋਂ ਕੋਈ ਵੱਡਾ ਪੰਥ ਖਾਲਸੇ ਦਾ ਇਕੱਠ ਹੁੰਦਾ ਸੀ, ਉਹ ਵਿੱਚ ਹਾਜ਼ਰ ਹੁੰਦੇ ਸਨ, ਤੇ ਜਦੋਂ ਉਹ ਬੈਠੇ ਹੁੰਦੇ ਸਨ ਉਦੋਂ ਬਾਬੇ ਜੱਸਾ ਸਿੰਘ ਵਰਗੇ ਜਥੇਦਾਰ ਵੀ ਜਿਹੜੇ ਹਨ ਉਹਨਾਂ ਨੂੰ ਵਡਿਆਈ ਦਿੰਦੇ ਹੁੰਦੇ ਸਨ ਕਿ ਬਾਬਾ ਦੀਪ ਸਿੰਘ ਜੀ ਸਾਰਿਆਂ ਤੋਂ ਬਜ਼ੁਰਗ ਹਨ, ਸਿਆਣੇ ਹਨ, ਤੇ ਉਹ ਅਰਦਾਸ ਕਰਿਆ ਕਰਦੇ। ਕਿਸੇ ਦੀ ਤਨਖਾਹ ਲਾਉਣ ਦੀ ਅਰਦਾਸ ਜਿਹੜੀ ਹੈ ਉਹ ਬਾਬਾ ਜੀ ਕਰਿਆ ਕਰਦੇ ਸਨ ਪੰਥ ਦੇ ਵਿੱਚ। ਹਾਂਜੀ। ਬੋਹਰ ਆਲੇ ਸਿੰਘ ਦੇਗੇ ਧਰਵਾਏ। ਫਿਰ ਮਹਾਰਾਜੇ ਆਲਾ ਸਿੰਘ ਨੇ ਵੱਡੇ ਵੱਡੇ ਦੇਗੇ ਧਰਵਾ ਦਿੱਤੇ, ਲੰਗਰ ਪੱਕਣ ਲਾ ਦਿੱਤਾ। 7100 ਹੁਤ ਕੜਾਹ ਪਰਵਾਏ। 101 ਕੜਾਏ, ਵੱਡੇ ਵੱਡੇ 101 ਕੜਾਏ ਕੜਾਹ ਪ੍ਰਸ਼ਾਦ ਦੇ। ਫੌਜਾਂ ਬੜੀਆਂ ਸਨ ਤੇ ਪੁਰਾਣੇ ਬਜ਼ੁਰਗ ਜਿਹੜੇ ਸਨ ਕੜਾਹ ਪ੍ਰਸ਼ਾਦ ਛਕਦੇ ਵੀ ਬੜਾ ਸਨ। ਇਹ ਤਾਂ ਆਪਣੇ ਦੇਖਦਿਆਂ ਦੀ ਗੱਲ ਹੈ ਬਈ ਹੁਣ ਸਵਾਇਆ ਗੱਫਾ ਕਰਨ ਲੱਗ ਪਏ ਆਪਾਂ ਸਾਰੇ ਹੀ, ਨਹੀਂ ਤਾਂ ਛੋਟੇ ਹੁੰਦੇ ਤੇ ਆਪਾਂ ਵੀ 2 ਵਾਰੀ ਦਰੀ ਤੇ ਹੱਥ ਮਾਰ ਕੇ ਤੇ ਫਿਰ ਬਾਬੇ ਅੱਗੇ ਕਰ ਦੇਣਾ, ਬਾਬਾ ਜੀ ਦਿਓ ਗੱਫਾ। ਦੇਗ ਬਣਦੀ ਬੜੀ ਸਵਾਦ ਸੀਗੀ। ਤੇ ਉਸ ਤੋਂ ਜਿਹੜੇ ਸਾਡੇ ਤੋਂ ਵੱਡੇ ਹੋਣਗੇ, ਕਦੀ ਬਜ਼ੁਰਗ ਉਹਨਾਂ ਦੇ ਸੁਣਦੇ ਆ ਵੀ ਕੋਈ ਧੜੀ ਧੜੀ ਪ੍ਰਸ਼ਾਦ ਇਕੱਲਾ ਇਕੱਲਾ ਖਾ ਜਾਂਦਾ ਸੀ, ਖੁਸ਼ ਹੁੰਦੇ ਸੀ ਕੜਾਹ ਖਾ ਕੇ। ਤਾਂ ਕੜਾਹ ਪ੍ਰਸ਼ਾਦ ਛਕਣਾ ਸਿੰਘਾਂ ਨੇ। 101 ਕੜਾਇਆ, ਵੱਡੇ ਵੱਡੇ ਕੜਾਏ 101 ਮਹਾਰਾਜਾ ਆਲਾ ਸਿੰਘ ਨੇ ਦੇਗਾਂ ਦੇ ਤਿਆਰ ਕਰਵਾਏ। ਨਿਹੰਗ ਗੁਰਬਖਸ਼ ਸਿੰਘ ਦਏ ਸੌਂ ਪਾਏ। ਬਾਬੇ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਦੋਂ ਜਿਉਂਦੇ ਸਨ। ਪਿਛਲੀ ਗੱਲ ਸੁਣਾ ਰਹੇ ਨਾ ਮਹਾਰਾਜਾ ਆਲਾ ਸਿੰਘ ਦੀ ਸ਼ਹੀਦੀ, ਬਾਬੇ ਗੁਰਬਖਸ਼ ਸਿੰਘ ਤੇ ਬਾਬਾ ਦੀਪ ਸਿੰਘ ਦੇ ਹੋਣ ਦੇ ਸਮੇਂ ਦੀ ਇਹ ਗੱਲ ਹੈ। ਸੋ ਪਿਛਲੀ ਵਾਰ ਤਾਂ ਦੱਸ ਰਹੇ ਨੇ, ਕਹਿੰਦੇ ਨਿਹੰਗ ਗੁਰਬਖਸ਼ ਸਿੰਘ ਜੀ ਨੂੰ ਸਾਰੀਆਂ ਦੇਗਾਂ ਸੰਭਾਲ ਦਿੱਤੀਆਂ ਵੀ ਤੁਸੀਂ ਸਿੰਘਾਂ ਨੂੰ ਛਕਾਣੀਆਂ ਹਨ। ਵਹਿ ਦਿਓਗ ਡੇਰਨ ਆਪੇ ਕਲਾਏ। ਇਹ ਨਿਹੰਗ ਗੁਰਬਖਸ਼ ਸਿੰਘ ਸਾਰਿਆਂ ਡੇਰਿਆਂ ਵਿੱਚ ਕੜਾਏ ਭਰ ਭਰ ਕੇ ਦੇਗਾਂ ਦੇ ਭੇਜ ਦੇਗਾ। ਉਹਦੀ ਜ਼ਿੰਮੇਵਾਰੀ, ਉਹਨੂੰ ਪਤਾ ਹੈ ਵੀ ਕਿਹੜੀ ਫੌਜ ਕੋਲ ਕਿੰਨੇ ਸਿੰਘ ਹਨ, ਕਿਹੜੀ ਮਿਸਲ 'ਚ ਕਿੰਨੀ ਫੌਜ ਹੈ, ਕਿੰਨੇ ਕੁ ਉੱਥੇ ਘੋੜੇ ਹਨ, ਕਿੰਨੇ ਜਵਾਨ ਹਨ। ਉਹਨਾਂ ਦੀ ਦਸਤਬਸਤ ਬਾਬਾ ਗੁਰਬਖਸ਼ ਸਿੰਘ ਜੀ ਭੇਜ ਦੇਣਗੇ। ਬਹੁਤ ਘੋੜੇ ਤਹ ਦਏ ਖੜਾਏ। ਰਾਜੇ ਨੇ ਘੋੜੇ ਵੀ ਸਿੰਘਾਂ ਨੂੰ ਬੜੇ ਲਿਆ ਕੇ ਨਵੇਂ ਅਰਦਾਸੇ ਕਰਾ ਦਿੱਤੇ।
ਝੰਡੇ ਦਏ ਜੱਸਾ ਸਿੰਘ ਲਾਏ। ਔਰ ਬਾਬੇ ਜੱਸਾ ਸਿੰਘ ਜੀ ਆਹਲੂਵਾਲੀਏ ਦੇ ਨਿਸ਼ਾਨ ਸਾਹਿਬਾਂ ਦੇ ਚੋਲੇ ਵੀ ਨਵੇਂ ਬਣਾ ਕੇ ਦਿੱਤੇ। ਰਾਜੇ ਨੇ ਵੀ ਸਿੰਘਾਂ ਦੇ ਨਿਸ਼ਾਨ ਬੜੇ ਸੋਹਣੇ ਚਮਕਣੇ ਚਾਹੀਦੇ ਹਨ। ਔਰ ਸੋਢੀ ਬੇਦੀ ਜੋ ਭੁਜੰਗੇ, ਜਿਹੜੇ ਮਹਾਰਾਜ ਦੇ ਭੁਜੰਗੀ ਸੋਢੀ ਬੇਦੀ ਸਾਹਿਬਜ਼ਾਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਜੋ ਅੰਸ ਬੰਸ ਹੈ ਉਹ ਬੇਦੀ। ਇਹਨਾਂ ਵਿੱਚੋਂ ਵੀ ਸਾਧ ਸੰਗਤ ਜੀ ਬੜੇ ਸੂਰਬੀਰ ਹੋਏ। ਬਾਬਾ ਰਾਮ ਸਿੰਘ ਜੀ ਬੇਦੀ ਸ਼ਹੀਦ, ਉਹ ਵੀ ਕਹਿੰਦੇ ਸੀਸ ਤੋਂ ਬਿਨਾਂ ਲੜੇ ਹਨ। ਬਾਬਾ ਰਾਮ ਸਿੰਘ ਜੀ ਬੇਦੀ ਸ਼ਹੀਦ, ਉਹ ਵੀ ਬੜੇ ਯੋਧੇ ਹੋਏ ਹਨ। ਇਸੇ ਤਰ੍ਹਾਂ ਸੋਢੀਆਂ ਦੇ ਵਿੱਚੋਂ ਵੀ ਬੜੇ ਬੜੇ ਸੂਰਬੀਰ ਯੋਧੇ ਸਿੰਘ ਸਨ, ਜਿਹੜੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਅੰਸ ਬੰਸ ਵਿੱਚੋਂ ਸਨ। ਗੁਰੂ ਅੰਗਦ ਦੇਵ ਜੀ ਦੀ ਅੰਸ ਬੰਸ ਚੋਂ 63 ਸਾਹਿਬਜ਼ਾਦੇ ਔਰ ਸਤਿਗੁਰੂ ਅਮਰਦਾਸ ਜੀ ਦੀ ਅੰਸ ਬੰਸ ਚੋਂ ਭੱਲੇ ਸਾਹਿਬਜ਼ਾਦੇ। ਇਹਨਾਂ ਦਾ ਸਤਿਕਾਰ ਪੰਥ ਵਿੱਚ ਬਹੁਤ ਜ਼ਿਆਦਾ ਹੁੰਦਾ ਸੀ ਗੁਰੂ ਅੰਸ਼ ਹੋਣ ਕਰਕੇ। ਹਾਂਜੀ, ਦਏ ਘੋੜੇ ਉਨ ਮੰਗਾਏ ਸੋ ਚੰਗੇ, ਉਹਨਾਂ ਨੂੰ ਚੰਗੇ ਚੰਗੇ ਘੋੜੇ ਮਹਾਰਾਜੇ ਆਲਾ ਸਿੰਘ ਨੇ ਅਰਦਾਸ ਕਰਾਏ ਸਨ ਵੀ ਇਹ ਗੁਰੂਆਂ ਦੀ ਅੰਸ ਬੰਸ ਹੈ। ਚੈਨ ਸਿੰਘ ਜੀ ਹੁਤੋ ਭੁਜੰਗੀ, ਸਰਦਾਰ ਚੈਨ ਸਿੰਘ ਇੱਕ ਭੁਜੰਗੀ ਸਾਹਿਬ ਬਹੁਤ ਯੋਧਾ। ਦਈ ਉਸੈ ਘੋੜੀ ਚੁਣ ਚੰਗੀ, ਚੈਨ ਸਿੰਘ ਨੂੰ ਬੜੀ ਚੰਗੀ ਚੋਣ ਵੀ ਸੋਹਣੀ ਘੋੜੀ ਭੇਟਾ ਕੀਤੀ ਰਾਜੇ ਆਲਾ ਸਿੰਘ ਨੇ। ਦੋਹਰਾ ਹੁਤੋ ਰੰਗ ਰੇਟੋ ਚੂਹੜੋ, ਕਹਿ ਬੀਰੂ ਸਿੰਘ ਜਵਾਨ। ਇੱਕ ਬੜਾ ਸੂਰਮਾ ਯੋਧਾ ਰੰਗਰੇਟਿਆਂ ਚੋਂ, ਜਿਨ੍ਹਾਂ ਨੂੰ ਆਪ ਲੋਕ ਮਜਬੀ ਕਹਿ ਦਿੰਦੇ ਆ, ਉਹਨਾਂ ਵਿੱਚੋਂ ਮਜਬੀਆਂ ਸਿੰਘਾਂ ਚੋਂ ਇੱਕ ਰੰਗਰੇਟਾ, ਉਹਦਾ ਨਾਮ ਸੀ ਬਾਬਾ ਵੀਰ ਸਿੰਘ। ਬੜਾ ਯੋਧਾ ਸੀ। ਸੰਗ ਤੇਰਾ ਸਹਿ ਘੋੜਾ ਚੜੈ, ਹੁਤ ਨਗਾਰੋ ਜੁਦੋ ਨਿਸ਼ਾਨ। ਵੀਰੂ ਸਿੰਘ ਦਾ ਨਗਾਰਾ ਤੇ ਨਿਸ਼ਾਨ ਵੱਖਰੇ ਸਨ। ਉਹਨਾਂ ਨੂੰ ਚੌਥੇ ਪੌੜੇ ਵਾਲਾ ਵੀ ਕਹਿੰਦੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਇੱਕ ਪੌੜੇ ਦੇ ਉਹ ਮਾਲਕ ਸਨ। ਇੱਕ ਪਾਸੇ ਇਸ਼ਨਾਨ ਪਾਣੀ ਉਹ ਕਰਦੇ ਰਹਿੰਦੇ ਸਨ, ਸੋ ਇਸ ਕਰਕੇ ਚੌਥਾ ਪੌੜਾ ਕਹਿੰਦੇ ਆ ਮਜਬੀ ਸਿੰਘਾਂ ਨੂੰ। ਉਹਨਾਂ ਦਾ ਜਥੇਦਾਰ ਵੀਰ ਸਿੰਘ ਸੀ। 1300 ਘੋੜ ਸਵਾਰ ਉਹਦੇ ਨਾਲ ਚੜ੍ਹਦੇ ਸਨ। 1300 ਫੌਜ ਉਹਨਾਂ ਮਜਬੀ ਸਿੰਘਾਂ ਦੀ ਸੀ, ਜਿਹੜੇ ਖਾਲਸਾ ਪੰਥ ਦੀ ਇੱਕ ਜਥੇਬੰਦੀ ਸੀ। ਚੌਪਈ ਪਹਿਲੋਂ ਘੋੜੋ ਉਸੈ ਫੜਵਾਇਓ, ਪਹਿਲਾ ਘੋੜਾ ਆਲਾ ਸਿੰਘ ਨੇ ਉਹਨੂੰ ਦਿੱਤਾ, ਕਿਉਂਕਿ ਗੁਰੂ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ। ਦੇਖੋ ਸਾਧ ਸੰਗਤ ਜੀ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਹ ਲੋਕ ਜਿਹੜੇ ਵਿਚਾਰੇ ਗਰੀਬ ਸਦਾ ਹੀ ਪੈਦਲ ਤੁਰਿਆ ਕਰਦੇ ਸਨ, ਤੇ ਪੈਦਲ ਤੁਰਨ ਵਾਸਤੇ ਵੀ ਉਹਨਾਂ ਨੂੰ ਵੱਡੀਆਂ ਜਾਤਾਂ ਦਾ ਰਾਹ ਛੱਡਣਾ ਪੈਂਦਾ ਸੀ। ਬਾਜਾਂ ਵਾਲੇ ਨੇ ਘੋੜਿਆਂ ਦੇ ਸਵਾਰ ਰਾਜੇ ਬਣਾ ਦਿੱਤਾ ਸੀ, ਤੇ ਵੀਰ ਸਿੰਘ ਮਜਬੀ 1300 ਘੋੜਾ ਉਹਦੇ ਕੋਲ ਸੀਗਾ, ਤੇ ਇਸ ਪੰਥ ਵਿੱਚ ਉਹਦਾ ਸਤਿਕਾਰ ਬਰਾਬਰ ਕਰਦੇ ਸਨ। ਪਹਿਲਾ ਘੋੜਾ ਉਸ ਮਜਬੀ ਜਥੇਦਾਰ ਬਾਬਾ ਵੀਰ ਸਿੰਘ ਨੂੰ ਮਹਾਰਾਜਾ ਆਲਾ ਸਿੰਘ ਨੇ ਅਰਦਾਸੇ ਕਰਾਇਆ ਹੈ। ਪਾਚੈ ਔਰ ਸੋ ਪੰਥ ਵਰਤਾਇਓ, ਪਹਿਲਾ ਘੋੜਾ ਵੀਰ ਸਿੰਘ ਨੂੰ ਦਿੱਤਾ, ਉਹਦੇ ਫੌਜ ਦੇ ਘੋੜੇ ਵੰਡੇ, ਤੇ ਬਾਕੀ ਦੂਸਰੀਆਂ ਜਥੇਬੰਦੀਆਂ ਨੂੰ, ਬੁੱਢੇ ਦਲ ਨੂੰ, ਤਰਨੇ ਦਲ ਨੂੰ, ਮਿਸਲਾਂ ਨੂੰ, ਸਾਰੀਆਂ ਨੂੰ ਬਾਅਦ ਵਿੱਚ ਘੋੜੇ ਦਿੱਤੇ ਆਲਾ ਸਿੰਘ ਨੇ, ਕਿਉਂਕਿ ਕੋਈ ਮਜਬੀ ਸਿੰਘ ਇਹ ਨਾ ਸੋਚਣ ਵੀ ਸਾਨੂੰ ਬਾਅਦ ਵਿੱਚ ਵਰਤਾਰਾ ਮਿਲਿਆ ਹੈ। ਬਰਾਬਰ ਸਤਿਕਾਰ ਪਹਿਲਾਂ ਦਿੱਤਾ ਹੈ। ਸੋ ਜੰਗ ਦੌੜ ਮਦ ਮੋਹਰੇ ਰਹੇ, ਵੀਰ ਸਿੰਘ ਮਜਬੀ ਦਾ ਜਥਾ 1300 ਘੋੜ ਸਵਾਰ ਇੰਨੇ ਲੜਾਕੇ ਸਨ ਵੀ ਉਹ ਜੰਗ ਵਿੱਚ ਸਭ ਤੋਂ ਅੱਗੇ ਮੂਹਰੇ ਹੋ ਕੇ ਲੜਦੇ ਸਨ, ਤੇ ਉਹਨਾਂ ਦਾ ਨਿਸ਼ਾਨ ਵੱਖਰਾ ਤੇ ਨਗਾਰਾ ਵੱਖਰਾ ਸੀ। ਉਸ ਯਾਦ ਪੰਥ ਕਰ ਪਹਿਲੋਂ ਦਏ, ਉਹਨੂੰ ਪੰਥ ਨੇ ਪਹਿਲਾਂ ਯਾਦ ਕੀਤਾ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਸਾਰੇ ਸਰਦਾਰਾਂ ਨੇ ਆਲਾ ਸਿੰਘ ਨੂੰ ਕਿਹਾ ਕਿ ਆਲਾ ਸਿੰਘ ਜੀ, ਸਭ ਤੋਂ ਪਹਿਲਾਂ ਇਹ ਸਾਡਾ ਜਵਾਨ ਹੈ ਵੀਰੂ ਸਿੰਘ, ਵੀਰ ਸਿੰਘ ਯੋਧਾ, ਇਹਦੇ ਤੇ ਕਿਰਪਾ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ। ਸਾਧ ਸੰਗਤ ਜੀ ਨਾਲ ਪਹਿਲਾਂ ਬਾਬਾ ਵੀਰ ਸਿੰਘ, ਧੀਰ ਸਿੰਘ ਦੋ ਹੋਏ ਹਨ। ਜਦੋਂ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਮਹਾਰਾਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਡੱਲੇ ਨੂੰ ਪਰਖਿਆ ਸੀ, ਬੰਦੂਕ ਦੀ ਪ੍ਰੀਖਿਆ ਕੀਤੀ ਸੀ,
ਤੇ ਉਸ ਵੇਲੇ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਖਿਆ ਡੱਲਿਆ ਲਿਆ। ਡੱਲਾ ਕਹਿੰਦਾ ਸੀ ਚਮਕੌਰ ਦੇ ਜੰਗ 'ਚ ਮੈਨੂੰ ਯਾਦ ਨਹੀਂ ਕੀਤਾ, ਮੈਨੂੰ ਬੁਲਾ ਲੈਂਦੇ ਤੇ ਸਾਹਿਬਜ਼ਾਦੇ ਸ਼ਹੀਦ ਹੀ ਨਹੀਂ ਸੀ ਹੋਣੇ। ਮਹਾਰਾਜ ਸੁਣਦੇ ਰਹੇ ਪਹਿਲਾਂ ਤਾਂ, ਜਦੋਂ ਇਹਨੇ ਨੂੰ ਬੰਦੂਕ ਆ ਗਈ ਤੇ ਮਹਾਰਾਜ ਕਹਿੰਦੇ ਡੱਲਿਆ ਬੰਦੂਕ ਬੜੀ ਚੰਗੀ ਜਾਪਦੀ ਹੈ, ਪਰ ਦੇਖਣੀ ਬੰਦਾ ਮਾਰਦੇ ਕਿ ਨਹੀਂ ਮਾਰਦੇ। ਜਰਾ ਲਿਆ ਇੱਕ ਬੰਦਾ ਤੇਰਾ ਵੇਖੀਏ ਬੰਦੂਕ ਦੇ ਅੱਗੇ। ਤੇ ਜਦੋਂ ਸਤਿਗੁਰਾਂ ਨੇ ਆਖਿਆ ਵੀ ਬੰਦਾ ਵੇਖਣਾ ਤੇ ਡੱਲੇ ਦੇ ਸਾਰੇ 300 ਸਿਪਾਹੀ ਸਿਰ ਨੀਵਾਂ ਕਰ ਗਏ ਤੇ ਡੱਲਾ ਵੀ ਉਸ ਵੇਲੇ ਕਾਂਪ ਖਾ ਗਿਆ। ਮਹਾਰਾਜ ਕਹਿੰਦੇ ਡੱਲਿਆ ਤੂੰ ਤਾਂ ਸਾਡਾ ਸੇਵਕ ਹੈ, ਤੂੰ ਹੀ ਆ ਜਾ ਕੇ। ਤੇ ਸਿਰ ਨੀਵਾਂ ਕਰ ਗਿਆ ਤੇ ਮਹਾਰਾਜ ਨੇ ਸਿੰਘ ਨੂੰ ਭੇਜਿਆ, ਜਾਓ ਸਾਡੇ ਸਿੰਘ ਬਾਅਦ ਦੁਮਾਲਾ ਸਜਾ ਰਹੇ, ਉਹਨਾਂ ਕਹੋ ਕਿ ਮਹਾਰਾਜ ਨੇ ਗੋਲੀ ਮਾਰ ਕੇ ਵੇਖਣੀ ਹੈ ਬੰਦਾ ਮਾਰਦੇ ਕਿ ਨਹੀਂ, ਬੰਦੂਕ ਪਰਖਣੀ ਹੈ। ਉਹ ਵੀਰ ਸਿੰਘ ਤੇ ਧੀਰ ਸਿੰਘ ਰੰਗਰੇਟੇ ਹੀ ਸਨ ਦੋਵੇਂ। ਕਿਤੇ ਦਾ ਲਿਖਿਆ ਵੀ ਉਹ ਪਿਓ ਪੁੱਤਰ ਸਨ, ਪਰ ਕਿਤੇ ਲਿਖਿਆ ਵੀ ਵੱਡੇ ਛੋਟੇ ਦੋ ਭਰਾ ਸਨ। ਜੋ ਵੀ ਸਨ ਪਰ ਦੋਵੇਂ ਹੀ ਭਰਾ। ਕਹਿੰਦੇ ਦੁਮਾਲਾ ਜਿਹੜਾ ਸੀ ਨਾ ਅੱਧਾ ਸਜਾਇਆ ਸੀ ਤੇ ਅੱਧਾ ਅਜੇ ਸਿਰ ਦੇ ਉੱਤੇ ਬੰਨਣਾ ਸੀ, ਸਜਾਣਾ ਸੀ। ਉਹ ਦੌੜੇ ਆਏ ਤੇ ਪਾਤਸ਼ਾਹ ਦੇ ਸਾਹਮਣੇ ਖਲੋ ਗਏ। ਵੀਰ ਸਿੰਘ ਕਹੇ ਮੈਨੂੰ ਗੋਲੀ ਮਾਰੋ, ਮਹਾਰਾਜ ਧੀਰ ਸਿੰਘ ਕਹੇ ਮੈਨੂੰ ਮਾਰੋ, ਮੈਂ ਤੁਹਾਡੇ ਹੱਥੋਂ ਜਾਣਾ ਚਾਹੁੰਦਾ। ਉਹ ਕਹਿੰਦਾ ਮਹਾਰਾਜ ਇਹ ਛੋਟਾ, ਮੇਰੀ ਵਾਰੀ ਪਹਿਲੇ ਹੈ। ਮਹਾਰਾਜ ਕਹਿੰਦੇ ਦੋਵੇਂ ਖੜ ਜਾਓ, ਦੋਵਾਂ ਨੂੰ ਮਾਰ ਦਿੰਦੇ। ਉਹ ਦੋਵੇਂ ਖੁਸ਼ੀ ਨਾਲ ਖੜ ਗਏ ਤੇ ਸਤਿਗੁਰਾਂ ਨੇ ਏਦਾਂ ਨਿਸ਼ਾਨਾ ਲਾਇਆ ਤੇ ਜਦੋਂ ਘੋੜਾ ਦੱਬਿਆ ਬੰਦੂਕ ਦੀ ਨਾਲੀ ਉਹਨਾਂ ਨੂੰ ਕਰ ਦਿੱਤੀ ਤੇ ਉਹ ਸਿੰਘ ਉਦਾਂ ਹੀ ਖੜੇ ਰਹੇ। ਤੇ ਮਹਾਰਾਜ ਨੇ ਆਖਿਆ ਡੱਲਿਆ ਉੱਥੇ ਚਮਕੌਰ ਦੇ ਜੰਗ ਵਿੱਚ ਤੇਰੇ ਵਰਗੇ ਨਹੀਂ, ਇਹੋ ਜਿਹੇ ਸੂਰਮੇ ਕੰਮ ਆਏ ਸਨ। ਸੋ ਸਾਧ ਸੰਗਤ ਜੀ, ਉਸ ਪਰਿਵਾਰ ਦੇ ਵਿੱਚੋਂ ਕਹਿ ਲਓ ਜਾਂ ਉਹਨਾਂ ਦੀ ਬਰਾਦਰੀ 'ਚੋਂ ਕਹਿ ਲਓ, ਇਹ ਵੀਰ ਸਿੰਘ ਜਥੇਦਾਰ ਸੀ ਜਿਹੜਾ ਇਹ 1300 ਘੋੜ ਸਵਾਰਾਂ ਦੇ ਨਾਲ ਪੰਥ ਵਿੱਚ ਜੂਝਿਆ ਕਰਦਾ ਸੀ। ਉਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਸੀ, ਇਸ ਕਰਕੇ ਪਹਿਲਾ ਘੋੜਾ ਆਲਾ ਸਿੰਘ ਨੇ ਉਹਨੂੰ ਭੇਟਾ ਕੀਤਾ ਹੈ। ਦੋਹਰਾ ਇੱਕ ਸਮੇਂ ਵੀਰੂ ਸਿੰਘ ਵੀ ਜਾਏ ਰਲਿਓ ਤੁਰਕਨ ਕੇ ਨਾਲ। ਇੱਕ ਵਾਰੀ ਐਸਾ ਸਮਾਂ ਬਣਿਆ ਜਿਵੇਂ ਕਈ ਵਾਰੀ ਸਿੰਘ ਮੌਕਾ ਵੇਖ ਕੇ ਪਾਸਾ ਪਲਟ ਜਾਂਦੇ ਸਨ। ਬਾਬਾ ਵੀਰੂ ਸਿੰਘ ਵੀ ਆਪਣੇ 1300 ਘੋੜੇ ਲੈ ਕੇ ਤੁਰਕਾਂ ਨਾਲ ਰਲ ਗਿਆ ਸੀ। 1300 ਘੋੜੇ ਉਹਨੇ ਰੱਖਿਓ ਚਾਕਰ ਤਤਕਾਲ। 1300 ਘੋੜ ਸਵਾਰ ਮਜ਼੍ਹਬੀ ਸਿੰਘਾਂ ਦਾ ਜਥਾ ਤੁਰਕਾਂ ਨੇ ਨੌਕਰ ਰੱਖ ਲਿਆ ਸੀ। ਚੌਪਈ ਤੋ ਤੁਰਕਨ ਯੋ ਲਿਖ ਬਿਠਾਇਓ। ਤਾਂ ਫਿਰ ਤੁਰਕਾਂ ਨੇ ਖਾਲਸੇ ਨੂੰ ਇੱਕ ਮਿਹਣਾ ਮਾਰਿਆ ਸੀ, ਸਿੰਘਾਂ ਨੂੰ ਚਿੱਠੀ ਲਿਖ ਕੇ ਭੇਜੀ ਸੀ, ਤੁਮ ਵੱਡੋ ਸਿਪਾਹੀ ਸੋ ਹਮ ਬੈਲ ਚਰਾਇਓ। ਉਹਨਾਂ ਨੇ ਖਾਲਸੇ ਨੂੰ ਬਾਬਾ ਜੱਸਾ ਸਿੰਘ ਵਰਗਿਆਂ ਨੂੰ ਲਿਖ ਕੇ ਭੇਜਿਆ ਕਿ ਸਿੱਖੋ ਤੁਹਾਡਾ ਜਿਹੜਾ ਵੱਡਾ ਯੋਧਾ ਸੀ ਨਾ ਉਹ ਹੁਣ ਸਾਡੀ ਗੁਲਾਮੀ ਕਰਦਾ ਹੈ। ਜਿਹੜਾ ਤੁਹਾਡਾ ਵੀਰੂ ਸਿੰਘ ਜਵਾਨ ਕਹਿੰਦੇ ਬੜਾ ਲੜਾਕਾ, ਉਹ ਅਸੀਂ ਖਰੀਦ ਲਿਆ ਹੈ। ਤੁਮ ਰਖਤ ਹੋਤੇ ਇਸ ਪਰ ਵੱਡ ਜੋਰ। ਉਹਨੇ ਸਿੰਘਾਂ ਨੂੰ ਲਿਖ ਕੇ ਭੇਜਿਆ ਤੁਰਕਾਂ ਦੇ ਸੂਬੇ ਨੇ ਕਿ ਤੁਸੀਂ ਸਿੰਘਾਂ ਦੇ ਉੱਤੇ ਵੀਰੂ ਸਿੰਘ ਉੱਤੇ ਬੜਾ ਮਾਣ ਕਰਦੇ ਸੀ। ਤੁਰਕ ਲੜਾਈ ਮਾਰੇ ਹਮ ਹਲਾਲ ਖੋਰ। ਹੁਣ ਇਹ ਸਾਡਾ ਹਲਾਲ ਖੋਰ ਬਣ ਜਾਏਗਾ ਤੇ ਤੁਹਾਡੇ ਨਾਲ ਯੁੱਧ ਕਰੇਗਾ, ਸਿੱਖਾਂ ਨਾਲ ਲੜੇਗਾ। ਹਾਂਜੀ, ਸੋ ਹਲਾਲ ਖੋਰ ਹਮਰੋ ਗਾਏ ਖਾਨੋ ਚਰਾਵਤ। ਹੁਣ ਇਹ ਸਾਡੀਆਂ ਗਊਆਂ ਚਰਾਂਦਾ ਹੈ, ਭਾਵ ਤੁਹਾਡਾ ਸੀ ਪਹਿਲਾਂ, ਹੁਣ ਇਹ ਸਾਡਾ ਗੁਲਾਮ ਬਣ ਗਿਆ ਹੈ। ਤੁਮ ਸੋ ਲੜਨੋ ਵਹੀ ਤਕਾਵਤ। ਜਿਹੜਾ ਕਿ ਤੁਹਾਡਾ ਸੀ ਹੁਣ ਤੁਹਾਡੇ ਨਾਲ ਲੜਨ ਨੂੰ ਤੱਕਦਾ ਫਿਰਦਾ ਹੈ। ਸੋ ਸੁਨ ਪੰਥ ਉਸ ਲਿਖੀ ਅਰਦਾਸ। ਇਹ ਖਬਰ ਜਦੋਂ ਸਿੰਘਾਂ ਕੋਲ ਚਿੱਠੀ ਪਹੁੰਚੀ, ਤੁਰਕਾਂ ਦਾ ਮਿਹਣਾ ਵੱਜਿਆ, ਤਾਂ ਖਾਲਸੇ ਨੇ ਬਾਬਾ ਵੀਰੂ ਸਿੰਘ ਨੂੰ ਚਿੱਠੀ ਲਿਖੀ। ਫਿਰ ਤ੍ਰਿਗ ਉਸ ਕਹਿ ਘਲ ਦਈ ਪਾਸ। ਕਹਿਣ ਲੱਗੇ ਵੀਰੂ ਸਿੰਘ ਬੜਾ ਮਾੜਾ ਕੰਮ ਕੀਤਾ ਤੂੰ, ਬੜੀ ਨਮੋਸ਼ੀ ਹੈ ਤੇਰੇ ਕਰਕੇ ਖਾਲਸੇ ਪੰਥ ਨੂੰ। ਦੋਹਰਾ ਜੋ ਲਿਖਤ ਤੁਰਕਨ ਕੱਲੀ ਜਹ ਲਿਖਿਓ ਹਲਾਲ ਖੋਰ ਮਾਹੇ। ਤੇ ਉਹ ਜਿਹੜੀ ਤੁਰਕਾਂ ਦੀ ਚਿੱਠੀ ਸੀ ਉਹਦੇ 'ਚ ਉਹਨਾਂ ਨੇ ਲਿਖਿਆ ਸੀ ਹਲਾਲ ਖੋਰ ਬਣਾ ਲਿਆ ਸੀ। ਹਲਾਲ ਖੋਰ ਦਾ ਮਤਲਬ ਤੁਰਕਾਂ ਦਾ ਮਾਸ ਖਾਣ ਵਾਲੇ ਨੂੰ ਕਹਿੰਦੇ ਆ। ਪਰ ਭਾਵੇਂ ਉਹ ਸਿੰਘ ਨੇ ਨਹੀਂ ਛਕਿਆ, ਪਰ ਉਹਨਾਂ ਨੇ ਬਣਾ ਕਹਿ ਦਿੱਤਾ ਬਈ ਹਲਾਲ ਖੋਰ ਕਰ ਲਿਆ, ਯਾਨੀ ਅਸੀਂ ਹਲਾਲ ਖੋਰ ਹਾਂ ਤੇ ਸਾਡੇ ਤਾਬੇ 'ਚ ਆ ਗਿਆ, ਸਾਡਾ ਹੀ ਹੋ ਗਿਆ।
ਉਹ ਗੱਲ ਸਿੰਘਾਂ ਨੇ ਫਿਰ ਵੀਰੂ ਸਿੰਘ ਦੇ ਕੋਲ ਪਹੁੰਚਾਈ ਵੀ ਤੈਨੂੰ ਜਿਨ੍ਹਾਂ ਦਾ ਤੂੰ ਨੌਕਰ ਬਣਿਆ ਹੋਇਆ ਉਹ ਤੈਨੂੰ ਹਲਾਲ ਖੋਰ ਕਹਿੰਦੇ ਹਨ। ਹਲਾਲ ਖੋਰ ਹੈ ਤੋ ਉਤਰਹੁ, ਜੇ ਤੂੰ ਹਲਾਲ ਖੋਰ ਹੈ ਤੇ ਉਧਰ ਹੀ ਰਹੀ ਫਿਰ। ਸਿੰਘ ਤੋ ਆਓ ਹਮ ਪਾਹੇ, ਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤਾਂ ਫਿਰ ਆਪਣੇ ਭਰਾਵਾਂ ਦੇ ਕੋਲ ਵਾਪਸ ਆ ਜਾ। ਚੌਪਈ ਜੋ ਆਵੈ ਅਬ ਪੰਥ ਨਾ ਪਾਹੇ, ਹੁਣ ਪੰਥ ਦੇ ਕੋਲ ਨਾ ਆਇਆ ਤਾਂ ਫਿਰ ਦੋਹੀਂ ਜਹਾਨੀ ਮਿਲਣ ਨਾ ਪਾਹੇ। ਜਹਾਨਾਂ 'ਚ ਮਿਲ ਨਹੀਂ ਸਕੇਗਾ, ਫਿਰ ਵਿਛੋੜਾ ਪੱਕਾ ਪੈ ਜਾਏਗਾ। ਸੁਨ ਅਰਦਾਸ ਜੋ ਆਇਓ ਤਹਾਏ, ਸਾਧ ਸੰਗਤ ਜੀ ਜਿਵੇਂ ਸ਼ੇਰ ਦਾ ਬੱਚਾ ਭੇਡਾਂ 'ਚ ਬਹੁਤਾ ਚਿਰ ਰਹਿ ਨਹੀਂ ਸਕਦਾ, ਗੁਰੂ ਕਾ ਅਣਖੀ ਸਿੰਘ ਦੁਸ਼ਮਣ 'ਚ ਕਿਵੇਂ ਰਹਿ ਸਕਦਾ ਸੀਗਾ। ਖਾਲਸੇ ਪੰਥ ਦੀ ਚਿੱਠੀ ਪੜ੍ਹ ਕੇ ਅਣਖ ਜਾਗੀ ਵੀਰੂ ਸਿੰਘ ਵਾਪਸ ਆ ਗਿਆ। ਇਮ ਖਾਲਸੋ ਉਸ ਹੇਤ ਰਖਾਏ, ਇਸ ਕਰਕੇ ਸਿੰਘ ਉਹਦਾ ਸਤਿਕਾਰ ਕਰਦੇ ਸਨ, ਉਹਦੇ ਨਾਲ ਪ੍ਰੇਮ ਰੱਖਦੇ ਸਨ ਵੀ ਇਹਨੇ ਸਿੰਘਾਂ ਦੀ ਬੋਲੀ ਸਿੰਘਾਂ ਦਾ ਬਚਨ ਮੰਨ ਕੇ ਤੁਰਕਾਂ ਦੀ ਨੌਕਰੀ ਛੱਡ ਦਿੱਤੀ ਹੈ। ਨਕਦ ਨਜ਼ਰਾਨੋ ਜੋ ਥੋ ਲਿਆਇਓ, ਇਸ ਕਰਕੇ ਜੋ ਵੀ ਨਗਦ ਨਜ਼ਰਾਨਾ ਆਉਂਦਾ ਸੀ ਕਿਤੋਂ ਵੀ, ਭਾਵੇਂ ਉਹ ਸਿੰਘਾਂ ਨੂੰ ਲੁੱਟ ਦਾ ਮਾਲ ਮਿਲਦਾ ਸੀ ਤੇ ਭਾਵੇਂ ਕੋਈ ਭੇਟਾ ਨਜ਼ਰਾਨਾ ਚੜ੍ਹਦਾ ਸੀ, ਉਸ ਮਜ਼੍ਹਬੀ ਸਿੰਘ ਦਾ ਹਿੱਸਾ ਪਹਿਲਾਂ ਕੱਢਿਆ ਜਾਂਦਾ ਸੀ। ਸੋ ਵੀ ਪੰਥ ਕੈ ਆਗੇ ਲਾਇਓ, ਉਹ ਵੀ ਪੰਥ ਖਾਲਸੇ ਦੇ ਨਾਲ ਰਲ ਕੇ ਵਰਤਦਾ ਸੀ ਤੇ ਪੰਥ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਸੀ ਕਰਦਾ। ਔਰ ਬਿਰਾਦਰੀ ਆਨ ਮਿਲਾਈ, ਵੀਰੂ ਸਿੰਘ ਨੇ ਹੋਰ ਆਪਣੀ ਬਰਾਦਰੀ ਦੇ ਮਜ਼੍ਹਬੀ ਸਿੰਘ ਤਿਆਰ ਕਰਕੇ ਪੰਥ ਦੇ ਵਿੱਚ ਰਲਾ ਦਿੱਤੇ। ਉਨ ਤੇ ਮਾਮਲੋ ਤਉ ਦੇਖ ਦਿਵਾਈ, ਉਹਨਾਂ ਨੂੰ ਵੀ ਤਨਖਾਹ ਫੌਜ ਖਾਲਸੇ ਚੋਂ ਲੰਗਰ ਚੋਂ ਮਿਲਦਾ ਸੀ ਗੱਫਾ। ਇਸ ਤਰ੍ਹਾਂ ਸਾਧ ਸੰਗਤ ਜੀ ਹਜ਼ਾਰਾਂ ਦੀ ਤਾਦਾਦ ਵਿੱਚ ਮਜ਼੍ਹਬੀ ਸਿੰਘ ਗੁਰੂ ਖਾਲਸੇ ਵਿੱਚ ਰਲ ਗਏ। ਔਰ ਹੁਤੋ ਜੋ ਆਕੀ ਠੌਰ, ਹੋਰ ਜਿਹੜੇ ਆਕੀ ਤੁਰਕਾਂ ਦੇ ਨਾਲ ਸਿੰਘਾਂ ਦੇ ਜੰਗ ਯੁੱਧ ਹੁੰਦੇ ਸਨ, ਹੁਣ ਪਰ ਪੰਥ ਕਰਾ ਦਈ ਦੌਰ, ਉਹਨਾਂ ਦੇ ਉੱਤੇ ਬਾਬਾ ਵੀਰੂ ਸਿੰਘ ਜਾ ਕੇ ਖੰਡਾ ਖੜਕਾਉਂਦਾ ਸੀ ਪੰਥ ਦੀ ਆਗਿਆ ਮੰਨ ਕੇ। ਕਈ ਮਰਵਾਏ ਕਈ ਲਏ ਬਚਾਏ, ਇਸ ਤਰ੍ਹਾਂ ਕਈ ਉਹਦੇ ਕੋਲੋਂ ਮਰਵਾਏ ਤੇ ਕਈ ਬਚਵਾਏ। ਲੀਨੇ ਰਈਅਤ ਘਣੇ ਬਣਾਏ, ਬਹੁਤ ਸਾਰੇ ਆਕੀਆਂ ਨੂੰ ਰਈਅਤ ਬਣਾਇਆ ਖਾਲਸੇ ਨੇ। ਦੋਹਰਾ ਪੱਛਮ ਦਿਸ਼ ਬੁੰਗੇ ਅਹੈ ਸ਼੍ਰੀ ਸਤਿਗੁਰ ਦਰਬਾਰ। ਸਾਧ ਸੰਗਤ ਜੀ ਪੰਥ ਪ੍ਰਕਾਸ਼ ਦੀ ਇਹ ਕਥਾ ਇੱਥੇ ਸਮਾਪਤ ਹੋ ਗਈ ਹੈ। ਹੁਣ ਸੁਣੋ ਇਹ ਗ੍ਰੰਥ ਕਿਵੇਂ ਪੂਰਾ ਹੋਇਆ ਔਰ ਕਿੱਥੇ ਪੂਰਾ ਹੋਇਆ। ਭਾਈ ਰਤਨ ਸਿੰਘ ਜੀ ਦਾ ਜਿਹੜਾ ਅਸਲ ਖਾਨਦਾਨੀ ਪਿੰਡ ਹੈ ਉਹ ਤਾਂ ਮੀਰਾਂਕੋਟ ਹੈ। ਅੰਮ੍ਰਿਤਸਰ ਰਾਜਾ ਸ਼ਾਂਸੀ ਦੇ ਲਾਗੇ ਉਹਨਾਂ ਦੇ ਦਾਦਾ ਮਤਾਬ ਸਿੰਘ ਜੀ ਮੀਰਾਂਕੋਟੀਏ ਉੱਥੋਂ ਦੇ ਸਨ। ਪਰ ਮੱਸੇ ਰੰਗੜ ਨੂੰ ਮਾਰਨ ਕਰਕੇ ਇਸ ਖਾਨਦਾਨ ਦੀ ਦੁਸ਼ਮਣੀ ਮੱਸੇ ਮਡਿਆਲੀਆਂ ਦੇ ਪਰਿਵਾਰ ਨਾਲ ਚਲੀ ਆਉਂਦੀ ਸੀ। ਰਾਏ ਸਿੰਘ ਇਹਦਾ ਪਿਤਾ ਜੋ ਰਤਨ ਸਿੰਘ ਦਾ ਮਤਾਬ ਸਿੰਘ ਦਾ ਪੁੱਤਰ, ਉਹਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਸੀ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਉਹ 3 ਵਾਰ ਤਲਵਾਰ ਦੇ ਖਾ ਕੇ ਵੀ ਬਚ ਗਿਆ ਸੀ। ਉਦੋਂ 7 ਸਾਲ ਦਾ ਬੱਚਾ ਸੀਗਾ। ਲੰਮੀ ਕਥਾ ਹੈ, ਮੈਂ ਵਿਸਥਾਰ 'ਚ ਨਾ ਜਾਵਾਂ। ਬਾਅਦ ਵਿੱਚ ਰਾਏ ਸਿੰਘ ਜਵਾਨ ਹੋਇਆ ਤਾਂ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ, ਜਿਹਦੇ ਵਿੱਚੋਂ ਰਤਨ ਸਿੰਘ ਪੈਦਾ ਹੋਏ ਹੈ। 10 ਪਿੰਡ ਸ਼ਾਮ ਸਿੰਘ ਨਾਰਲੇ ਵਾਲੇ ਨੇ ਆਪਣੇ ਜਵਾਈ ਨੂੰ ਦਾਜ ਵਿੱਚ ਦਿੱਤੇ ਸਨ। 5 ਮਾਝੇ ਵਿੱਚ ਤੇ 5 ਦਿੱਤੇ ਸਨ ਖੰਨੇ ਦੇ ਕੋਲ। ਭੜੀ ਪਿੰਡ ਹੈ, ਬੜਾ ਪ੍ਰਸਿੱਧ ਪਿੰਡ ਹੈ ਭੜੀ। ਉੱਥੇ ਰਤਨ ਸਿੰਘ ਦਾ ਜਨਮ ਹੋਇਆ। ਪਰ ਰਤਨ ਸਿੰਘ ਮਾਲਵੇ 'ਚ ਰਹਿੰਦਾ ਹੋਇਆ ਵੀ ਅੰਮ੍ਰਿਤਸਰ ਵੱਲ ਜੁੜਿਆ ਰਹਿੰਦਾ ਸੀ। ਉੱਥੇ ਆਉਣ ਜਾਣ ਉੱਧਰ ਦੇ ਪਿੰਡ ਸਨ। 5 ਪਿੰਡਾਂ ਦੀ ਜਗੀਰ ਉੱਥੇ ਸੀਗੀ। ਤੇ ਇਹਦੇ ਨਾਨੇ ਦਾ ਬੁੰਗਾ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਿਹੜੀ ਪੱਛਮੀ ਦਿਸ਼ਾ ਹੈ, ਜਿੱਧਰ ਸੂਰਜ ਛਿਪਦਾ ਹੈ, ਉਸ ਪਾਸੇ ਹੁੰਦਾ ਸੀਗਾ। 2 ਬੁੰਗੇ ਸਨ। ਸੋ ਲਿਖ ਰਹੇ ਨੇ ਪੱਛਮ ਦਿਸ਼ ਬੁੰਗੇ ਹੈ ਸ੍ਰੀ ਸਤਿਗੁਰ ਦਰਬਾਰ। ਸ੍ਰੀ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਪੱਛਮ ਦਿਸ਼ਾ ਵਿੱਚ ਜੋ ਬੁੰਗੇ ਹਨ, ਤਹ ਬਹਿ ਸਰਦਾਰ ਸ਼ਾਮ ਸਿੰਘ ਜੀ ਜਿਸ ਕਹੈ ਬੁੱਢੇ ਦਲਵਾਰ। ਉੱਥੇ ਬੁੰਗਿਆਂ 'ਚ ਬਜ਼ੁਰਗ ਬਾਬਾ ਸ਼ਾਮ ਸਿੰਘ ਜੀ ਬਹਿੰਦੇ ਹਨ, ਜਿਨ੍ਹਾਂ ਦੀ ਉਮਰ 100 ਸਾਲ ਦੇ ਲਗਭਗ ਹੋ ਚੁੱਕੀ ਹੈ।
ਉਹਨਾਂ ਨੂੰ ਬੁੱਢੇ ਦਲ ਵਾਲਾ ਸ਼ਾਮ ਸਿੰਘ ਕਹਿੰਦੇ ਆ, ਕਿਉਂਕਿ ਬਾਬਾ ਸ਼ਾਮ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਦੇ ਸੁਨਹਿਰੀ ਪੁੱਗਰ ਭਾਈ ਸਨ। ਸੁਨਹਿਰੀਏ ਕਹਿੰਦੇ ਜਿਹੜਾ ਇੱਕ ਟਾਈਮ ਤੇ ਅੰਮ੍ਰਿਤ ਛਕਿਆ ਜਾਏ, ਯਾਨੀ ਜਿਸ ਵੇਲੇ ਸ਼ਾਮ ਸਿੰਘ ਨੇ ਅੰਮ੍ਰਿਤ ਛਕਿਆ ਉਸੇ ਟਾਈਮ ਹੀ ਬਾਬੇ ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਨੂੰ ਅੰਮ੍ਰਿਤ ਛਕਿਆ ਸੀਗਾ। ਤੇ ਇਹਨਾਂ ਨੂੰ ਬੁੱਢੇ ਦਲ ਦਾ ਸੈਕੰਡ ਜਥੇਦਾਰ ਮੰਨਿਆ ਜਾਂਦਾ ਸੀ, ਮੀਤ ਜਥੇਦਾਰ ਮੰਨਿਆ ਜਾਂਦਾ ਸੀ। ਉੱਥੇ ਬਾਬਾ ਸ਼ਾਮ ਸਿੰਘ ਜੀ ਰਹਿੰਦੇ ਹਨ। ਚੌਪਈ ਬਹੁਥੋ ਸਿਰ ਸਰਦਾਰਨ ਸਰਦਾਰ, ਖਾਲਸੇ ਪੰਥ ਦੇ ਸ਼੍ਰੋਮਣੀ ਜਥੇਦਾਰਾਂ ਸਰਦਾਰਾਂ ਦੇ ਸ਼੍ਰੋਮਣੀ ਸਰਦਾਰਾਂ ਚ ਗਿਣਿਆ ਜਾਂਦੇ ਸੀ ਜੱਸਾ ਵਾਹਿਗੁਰੂ ਬਾਬਾ ਸ਼ਾਮ ਸਿੰਘ ਜੀ। ਠੋ ਕਪੂਰ ਸਿੰਘ ਕੋ ਸੁਨਹਿਰੋਦਾਰ, ਬਾਬਾ ਕਪੂਰ ਸਿੰਘ ਜੀ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ, ਉਹਨਾਂ ਦੇ ਸੁਨਹਿਰੀਏ ਸਨ। ਜੱਸਾ ਸਿੰਘ ਤੇ ਪਹਿਲੇ ਹੋਊ, ਜੱਸਾ ਸਿੰਘ ਤੋਂ ਵੀ ਪਹਿਲੇ ਪੰਥ ਦੇ ਵਿੱਚ ਉਹਨਾਂ ਦੀ ਘਾਲਣਾ ਸੀ। ਕਹਾਵਤ ਸੰਧੂ ਨਾਰਲੇ ਕੋ ਸੋ, ਉਹ ਨਾਰਲੇ ਦੇ ਸੰਧੂ ਜੱਟ ਸਨ। ਪ੍ਰਥਮ ਕਠਾਣੀਏ ਉਨ ਗੜ ਪਾਇਓ, ਪਹਿਲਾਂ ਉਹਨਾਂ ਨੇ ਕਠਾਣੀਆਂ ਨਾਲ ਗੜ ਕਠਾਣੀਏ ਪਿੰਡ 'ਚ ਗੜ ਬਣਾਇਆ, ਕਿਲਾ ਬਣਾਇਆ ਸੀ। ਢਿਗ ਲਾਹੌਰ ਸੋ ਆਕੀ ਸਦਾਇਓ, ਲਾਹੌਰ ਦੇ ਕੋਲ ਕਿਲਾ ਬਣਾ ਕੇ ਆਕੀ ਹੋ ਗਏ ਸਨ ਸਰਕਾਰ ਦੇ ਖਿਲਾਫ। ਸ਼ਾਹ ਗਿਲਜੈ ਸਾਥ ਲੜਾਈ ਖਾਈ, ਉਹਨਾਂ ਨੇ ਅਬਦਾਲੀ ਨਾਲ ਹਰ ਇੱਕ ਲੜਾਈ ਦੇ ਵਿੱਚ ਖੰਡਾ ਖੜਕਾਇਆ ਸ਼ਾਮ ਸਿੰਘ ਨਾਰਲੇ ਵਾਲੇ ਨੇ। ਸੋ ਗਇਓ ਨਿਕਲ ਗੜ ਵਿਆਹ ਕਰਾਈ, ਔਰ ਵੈਰੀ ਦੇ ਕਿਲੇ ਚੋਂ ਘੇਰੇ ਵਿੱਚੋਂ ਨਿਕਲ ਗਿਆ ਸੀ ਸ਼ਾਮ ਸਿੰਘ। ਘੇਰਾ ਪਾਇਆ ਸੀ ਅਬਦਾਲੀ ਨੇ, ਪਰ ਉਹ ਘੇਰੇ ਚੋਂ ਨਿਕਲ ਗਿਆ ਸੀ। ਹੁਣ ਜਿਸ ਸਿੰਘ ਰਾਜ ਗੜੋ ਪਿੰਡ ਦਇਓ, ਉਸ ਨੂੰ ਰਾਜਗੜ੍ਹ ਪਿੰਡ ਵੀ ਇੱਕ ਬੜਾ ਵੱਡਾ ਪਿੰਡ ਬਾਬਾ ਸ਼ਾਮ ਸਿੰਘ ਨੂੰ ਦਿੱਤਾ ਸੀ ਖਾਲਸੇ ਨੇ। ਫਿਰ ਸਿੰਘ ਕੋਲੋਂ ਮੁੜ ਨਾ ਮੰਗਿਓ, ਜਿਹੜੇ ਸਿੰਘ ਨੂੰ ਬਾਬਾ ਸ਼ਾਮ ਸਿੰਘ ਦਾਨ ਕਰ ਦਿੰਦਾ ਸੀ, ਕੋਈ ਜਗੀਰ ਦੇ ਦਿੰਦਾ ਸੀ ਜਾਂ ਕਿਲਾ ਦੇ ਦਿੰਦਾ ਸੀ, ਮੁੜ ਕੇ ਵਾਪਸ ਨਹੀਂ ਸੀ ਲੈਂਦਾ। ਸ਼ਾਮ ਸਿੰਘ ਸਖੀ ਸੁਭਾਅ ਦਾ ਸੀ। ਹੈ ਅੱਜ ਲੋ ਮੁਲਕ ਉਨ ਨਫਰਨ ਪਾਹੀ, ਬਾਬਾ ਸ਼ਾਮ ਸਿੰਘ ਦੀ ਕਰੋੜ ਸਿੰਘੀਆ ਮਿਸਲ ਸੀ, ਜਿਹਦਾ ਅੱਗੋਂ ਬਘੇਲ ਸਿੰਘ ਹੋਇਆ ਬਾਅਦ ਵਿੱਚ। ਇਹ ਕਹਿੰਦੇ ਜਿਹੜੇ ਵੀ ਉਹਨਾਂ ਦੇ ਸਰਦਾਰ ਨੌਕਰ ਸਰਦਾਰ ਬਣ ਗਏ, ਉਹ ਸਰਦਾਰ ਹੀ ਬਣ ਗਏ, ਉਹਨਾਂ ਨੌਕਰ ਨਹੀਂ ਰੱਖਿਆ ਫਿਰ। ਹਾਂਜੀ, ਸੋ ਹੋਏ ਕਰ ਭੂਪ ਬਹੁਤ ਠੌਰ ਅਬ ਖਾਹੀ, ਰਤਨ ਸਿੰਘ ਕਹਿੰਦੇ ਬਹੁਤ ਥਾਵਾਂ ਤੇ ਸ਼ਾਮ ਸਿੰਘ ਦੇ ਨੌਕਰ ਰਾਜ ਕਰ ਰਹੇ ਨੇ ਅੱਜ ਕੱਲ। 10 ਪਿੰਡ ਉਹਨੇ ਨਿਜ ਬੇਟੀ ਦਏ, 10 ਪਿੰਡ ਉਹਨੇ ਆਪਣੀ ਬੇਟੀ ਨੂੰ ਆਪਣੀ ਲੜਕੀ ਨੂੰ ਦਾਜ ਚ ਦਿੱਤੇ ਸਨ। ਮੀਰਾਂ ਕੋਟ ਸੰਗ ਕਿਛ ਪਾਰ ਸਤ ਦਰੇ, ਹਾਂ, ਇੱਕ ਤਾਂ ਮੀਰਾਂ ਕੋਟ ਜਿਹੜਾ ਸਾਡਾ ਦਾਦਕਾ ਪਿੰਡ ਸੀਗਾ, ਯਾਨੀ ਉਹਦੀ ਲੜਕੀ ਦੇ ਸਹੁਰਿਆਂ ਦਾ ਪਿੰਡ ਸੀ ਮਤਾਬ ਸਿੰਘ ਦਾ ਮੀਰਾਂ ਕੋਟ। 5 ਪਿੰਡ ਤਾਂ ਉੱਧਰ ਦਿੱਤੇ ਸਨ, ਤੇ 5 ਪਿੰਡ ਖੰਨੇ ਦੇ ਗੋਬਿੰਦਗੜ੍ਹ ਦੇ ਲਾਗੇ ਘੜੀ ਚੜੀ ਇਹ ਪਿੰਡ ਸਲੋਦੀ ਆਦਿਕ ਦਿੱਤੇ ਸਨ। ਤੇ ਅੰਮ੍ਰਿਤਸਰ ਬੁੰਗੇ ਉਸ ਤੀਨੇ, ਸ੍ਰੀ ਅੰਮ੍ਰਿਤਸਰ ਦੇ ਵਿੱਚ ਵੀ ਉਹਦੇ 3 ਬੁੰਗੇ ਸਨ ਬਾਬੇ ਸ਼ਾਮ ਸਿੰਘ ਦੇ। ਨਿਜ ਮਦ ਰਾਖ ਦੋਏ ਘੋੜ ਚੜਿਆਨ ਦੀਨੇ, 2 ਉਹਦੇ ਆਪਣੇ ਕੋਲ ਸਨ, ਬਾਕੀ ਉਹਦੇ ਘੋੜ ਚੜਿਆਂ ਦੇ ਕੋਲ ਸਨ। ਦੋਹਰਾ ਬਾਏ ਬਿਹਾਰੋ ਸਿੰਘ ਕੋ ਸਿੰਧੂ ਛਿਦਨੀ ਵਾਲ, ਕਹਿੰਦੇ ਸਿੰਧੂ ਛਿਦਨੀ ਵਾਲ ਇੱਕ ਬਿਹਾਰੋ ਸਿੰਘ ਸੀਗਾ। ਬਘੇਲ ਸਿੰਘ ਦਾਹਣੇ ਦਇਓ ਚੁਬਾਲੋ ਧਾਲੀਵਾਲ, ਤੇ ਝੁਬਾਲ ਦਾ ਇੱਕ ਧਾਲੀਵਾਲ ਜੱਟ ਸੀਗਾ ਬਘੇਲ ਸਿੰਘ, ਉਹਨੂੰ ਵੀ ਇਹਨੇ ਆਪਣੇ ਨਾਲ ਰੱਖਿਆ ਤੇ ਬਾਅਦ ਚ ਮਿਸਲ ਦਾ ਉਹ ਜਥੇਦਾਰ ਬਣਿਆ। ਦੋਹਰਾ ਗਿਰਿਓ ਪੁਰਾਣੋ ਹੋਏ ਬੁੰਗੋ ਸ਼ਾਮ ਸਿੰਘੇ ਜੋ ਵਾਰ, ਕਹਿੰਦੇ ਸ਼ਾਮ ਸਿੰਘ ਦਾ ਇੱਕ ਬੁੰਗਾ ਅੰਮ੍ਰਿਤਸਰ ਜੋ ਪੁਰਾਣਾ ਹੋ ਕੇ ਹੁਣ ਗਿਰ ਗਿਆ ਹੈ, ਢਹਿ ਗਿਆ ਹੈ। ਤਹਿ ਗੁਰਪੰਥ ਪ੍ਰਕਾਸ਼ ਗ੍ਰੰਥ ਲਿਖ ਦਊ ਕੀਏ ਸੁਧਾਰ, ਭਾਈ ਰਤਨ ਸਿੰਘ ਜੀ ਕਹਿੰਦੇ ਉਸ ਬੁੰਗੇ ਵਿੱਚ ਮੈਂ ਇਸ ਗ੍ਰੰਥ ਦਾ ਭੋਗ ਪਾਇਆ ਹੈ। ਜਿਹੜਾ ਪੁਰਾਣਾ ਬੁੰਗਾ ਹੈ ਉਹ ਆਪਣੇ ਨਾਨੇ ਦੇ ਬੁੰਗੇ 'ਚ ਬਹਿ ਕੇ ਮੈਂ ਗ੍ਰੰਥ ਪੂਰਾ ਸਮਾਪਤ ਕੀਤਾ ਹੈ। ਚੌਪਈ ਸੋ ਕਉ ਜਾਂ ਕੋ ਸੁਨੈ ਸੁਨਾਵੈ, ਜਿਹੜਾ ਵੀ ਇਸ ਗ੍ਰੰਥ ਪੰਥ ਪ੍ਰਕਾਸ਼ ਦੀ ਕਥਾ ਕਰੇਗਾ ਜਾਂ ਸੁਣੇਗਾ, ਤਾਕੇ ਮਨ ਮੈਂ ਦ੍ਰਿੜਤਾ ਆਵੈ, ਉਹਦੇ ਮਨ ਵਿੱਚ ਸਿੱਖੀ ਦ੍ਰਿੜ ਹੋਵੇਗੀ, ਉਹਦੇ ਪੰਥਕ ਜਜ਼ਬਾ ਉਹਦੇ ਅੰਦਰ ਭਰ ਜਾਏਗਾ ਜਿਹੜਾ ਪੰਥ ਪ੍ਰਕਾਸ਼ ਦੀ ਕਥਾ ਸੁਣੇਗਾ। ਜੋ ਮੈਂ ਸੁਣੀ ਬਡਨ ਨੇ ਆਖੀ, ਜੋ ਮੇਰੇ ਵੱਡਿਆਂ ਨੇ ਕਥਾ ਮੈਨੂੰ ਦੱਸੀ ਸੀ, ਨਾਨਾ ਜੀ ਨੇ ਜਾਂ ਮੇਰੇ ਪਿਤਾ ਜੀ ਨੇ, ਮੇਰੀ ਮਾਤਾ ਨੇ, ਮੈਂ ਸੁਣ ਕੇ ਲਿਖੀ ਹੈ।
ਸੋ ਲਿਖ ਦੀਨੀਆ ਮੈਂ ਸਾਖੀ। ਪੁਰਾਣੇ ਸਿੰਘਾਂ ਦੀਆਂ ਸਾਖੀਆਂ, ਪੁਰਾਣੇ ਸਿੰਘਾਂ ਦੇ ਕਾਰਨਾਮੇ ਇੱਥੇ ਲਿਖ ਦਿੱਤੇ ਹਨ। ਦੋਹਰਾ ਜੋ ਕੋਈ ਆ ਕੋ ਪੜੈ ਗੋ ਅਰਪਨ ਸੁਨੈ ਜੋ ਕੋਏ। ਜੇ ਕੋਈ ਇਹ ਗ੍ਰੰਥ ਪੰਥ ਪ੍ਰਕਾਸ਼ ਨੂੰ ਪੜ੍ਹੇਗਾ ਅਤੇ ਸੁਣੇਗਾ, ਸ੍ਰੀ ਸਤਿਗੁਰ ਕੀ ਕਿਰਪਾ ਤੇ ਸਿੱਖੀ ਪ੍ਰਾਪਤ ਹੋਏ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਉਸ ਦੇ ਉੱਤੇ ਜ਼ਰੂਰ ਕਿਰਪਾ ਕਰਨਗੇ, ਉਹਨੂੰ ਸਿੱਖੀ ਦੀ ਦਾਤ, ਪੰਥਕ ਜਜ਼ਬੇ ਦੀ ਦਾਤ ਪ੍ਰਾਪਤ ਹੋਵੇਗੀ। ਸਵਈਆ ਗੁਰ ਪੰਥ ਪ੍ਰਕਾਸ਼ ਭਇਓ ਇਹ ਪੂਰਨ, ਜਿਮ ਪੰਥ ਪਇਓ ਤਿਮ ਹੀ ਲਿਖ ਦੀਨਾ। ਭਾਈ ਰਤਨ ਸਿੰਘ ਜੀ ਕਹਿੰਦੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਅੱਜ ਪੂਰਾ ਹੋ ਗਿਆ ਹੈ। ਜਿਵੇਂ ਖਾਲਸਾ ਪੰਥ ਮਹਾਰਾਜ ਨੇ ਸਾਜਿਆ ਸੀ, ਉਦਾਂ ਇਹ ਗ੍ਰੰਥ ਦੀ ਕਥਾ ਲਿਖ ਕੇ ਪੂਰੀ ਕਰ ਦਿੱਤੀ ਹੈ। ਜੋ ਯਾ ਸੁਨ ਕੇ ਰਣ ਮੈਂ ਲੜ ਹੈ, ਨਹੀਂ ਭਾਜ ਸਕੈ ਉਹ ਬੁੱਧ ਪ੍ਰਬੀਨਾ। ਜਿਹੜਾ ਇਹ ਕਥਾ ਸੁਣੇਗਾ ਉਹ ਮੈਦਾਨੇ ਜੰਗ ਵਿੱਚ ਜੇ ਲੜਾਈ ਕਰਨ ਜਾਏਗਾ, ਭੱਜੇਗਾ ਨਹੀਂ। ਸ਼ਹੀਦਾਂ ਸਿੰਘਾਂ ਦੀ ਸਪਿਰਟ ਉਹਦੇ ਅੰਦਰ ਭਰੀ ਹੋਵੇਗੀ। ਨਾ ਭਾਜ ਸਕੈ ਮੈਂ ਬੁੱਧ ਪ੍ਰਬੀਨਾ, ਉਹਦੀ ਬੁੱਧੀ ਦੇ ਵਿੱਚ ਵੀਰਤਾ ਦਾ ਸੰਚਾਰ ਹੋ ਚੁੱਕਾ ਹੋਵੇਗਾ। ਉਹ ਨਿਰਭੈ ਹੋ ਕੇ ਜੂਝੇਗਾ। ਅੰਤ ਕੀ ਬੇਰ ਜੋ ਪ੍ਰਾਨ ਤਜੈ ਤੋ ਜਾਏ, ਮਿਲੈ ਸੋ ਸ਼ਹੀਦਨ ਜੀਨਾ। ਜਿਹੜਾ ਜੰਗ ਦੇ ਮੈਦਾਨ ਵਿੱਚ ਜੂਝੇਗਾ, ਅੰਤ ਵੇਲੇ ਸ਼ਹੀਦਾਂ ਵਿੱਚ ਜਾ ਕੇ ਮਿਲ ਜਾਏਗਾ। ਸ਼ਹੀਦਨ ਮੈਂ ਉਹ ਇਉ ਮਿਲ ਹੈ, ਜੈਸੇ ਅੰਬ ਮੈਂ ਜਾਏ ਕੈ ਅੰਬ ਮਿਲੀਨਾ। ਸ਼ਹੀਦਾਂ ਵਿੱਚ ਇਉਂ ਮਿਲੇਗਾ ਜਿਵੇਂ ਪਾਣੀ ਦੀ ਬੂੰਦ ਸਾਗਰ 'ਚ ਜਾ ਕੇ ਮਿਲ ਜਾਂਦੀ ਹੈ। ਚੌਪਈ ਜੋ ਰੁਚ ਸੋ ਇਹ ਪੜੈ ਪੜਾਵੈ। ਜਿਹੜਾ ਗੁਰਮੁਖ ਪਿਆਰਾ ਗੁਰੂ ਕਾ ਸਿੱਖ ਇਸ ਗ੍ਰੰਥ ਨੂੰ ਪ੍ਰੇਮ ਨਾਲ ਪੜ੍ਹੇਗਾ, ਸੁਣੇਗਾ, ਮਨਸਾ ਬਾਚਾ ਸਕਲ ਫਲ ਪਾਵੈ। ਮਨ ਬਚਨ ਕਰਮ ਕਰਕੇ ਸਾਰੇ ਫਲਾਂ ਦੀ ਉਸ ਨੂੰ ਪ੍ਰਾਪਤੀ ਹੋਵੇਗੀ। ਸ੍ਰੀ ਗੁਰ ਭਗਤ ਅਧਿਕ ਦ੍ਰਿੜ ਹੋਈ। ਗੁਰੂ ਮਹਾਰਾਜ ਦੀ ਭਗਤੀ, ਗੁਰੂ ਖਾਲਸੇ ਪੰਥ ਦਾ ਪਿਆਰ ਉਹਦੇ ਮਨ 'ਚ ਦ੍ਰਿੜ ਹੋਵੇਗਾ। ਦਾਰਦ ਦੁਖ ਰਹਿ ਨਾ ਕੋਈ, ਉਹਦਾ ਦੁੱਖ ਦਲਿੱਦਰ ਸਭ ਨਾਸ ਹੋ ਜਾਏਗਾ। ਦੋਹਰਾ ਸ੍ਰੀ ਰਾਮਦਾਸ ਦਰਬਾਰ ਟਿਕ, ਮਨ ਤਨ ਧਨ ਚਿਤ ਲਾਏ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ, ਇਹ ਸਾਰੇ ਬੁੰਗੇ ਪਰਿਕਰਮਾ 'ਚ ਹੁੰਦੇ ਸਨ ਸਾਧ ਸੰਗਤ ਜੀ। ਇਹ 1964 ਦੇ ਵਿੱਚ ਜਦੋਂ ਕਾਰ ਸੇਵਾ ਹੋਈ ਹੈ, ਉਦੋਂ ਉਹ ਬੁੰਗੇ ਢਾਹੇ ਗਏ ਹਨ। 136 ਬੁੰਗੇ ਉਹਨਾਂ ਦੀ ਇੱਕ ਲਿਸਟ ਬਣੀ ਸੀ। ਉਹਨਾਂ ਵਿੱਚ ਬਾਬੇ ਸ਼ਾਮ ਸਿੰਘ ਦੇ 2 ਬੁੱਢੇ ਦਲੀਆਂ ਦੇ ਬੁੰਗੇ ਵੀ ਸਨ। ਸੋ ਇਹ ਬੁੰਗਿਆਂ ਦੇ ਵਿੱਚ ਬਹਿ ਕੇ ਰਤਨ ਸਿੰਘ ਜੀ ਕਹਿੰਦੇ ਆ ਕਿ ਅਸੀਂ ਕਥਾ ਇਹ ਲਿਖੀ ਹੈ। ਪਹਿਲ ਰਤਨ ਸਿੰਘ ਨੇ ਕਰੀ, ਗੁਰ ਇਤ ਉਤ ਰਖੈ ਸਹਾਏ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਰਤਨ ਸਿੰਘ ਤੋਂ ਸੇਵਾ ਲਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਉੱਥੇ ਲੋਕ ਪਰਲੋਕ ਸਹਾਇਤਾ ਕਰਨ। ਦੋਹਰਾ ਬਿਕਰਮ ਬਸ ਗ੍ਰਹਿ ਅਹ ਸਸੀ, ਬੀਤਤ ਭਏ ਸੋ ਸਾਲ। ਸਾਧ ਸੰਗਤ ਜੀ ਬਿਕਰਮੀ ਸੰਮਤ ਜਿਹੜਾ ਸੀਗਾ 1900 ਬਿਕਰਮੀ ਸੀਗਾ, ਔਰ 2 ਸਾਲ ਘੱਟ, ਯਾਨੀ 1841 ਈਸਵੀ ਦੀ ਇਹ ਘਟਨਾ ਹੈ। ਇਹ ਗੱਲ ਹੈ ਜਦੋਂ ਪੰਥ ਪ੍ਰਕਾਸ਼ ਲਿਖਿਆ 1841 ਦੇ ਵਿੱਚ। ਪਾਠਕ ਸਰੋਤੇ ਨਿਤ ਰਹੈ, ਨਿਹਾਲ ਨਿਹਾਲ ਨਿਹਾਲ। ਜਿਹੜੇ ਇਸ ਗ੍ਰੰਥ ਦੇ ਪੜ੍ਹਨ ਵਾਲੇ ਪਾਠਕ ਹਨ, ਜਿਹੜੇ ਇਸ ਗ੍ਰੰਥ ਦੀ ਕਥਾ ਸੁਣਨ ਵਾਲੇ ਸਰੋਤੇ, ਉਹ ਨਿਹਾਲ 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 ਹੋ ਜਾਣਗੇ। ਦੋਹਰਾ ਸ਼ਾਮ ਸਿੰਘ ਕੋ ਦੋਹਤਰੋ, ਰਤਨ ਸਿੰਘ ਜਿਸ ਨਾਮ। ਬਾਬਾ ਸ਼ਾਮ ਸਿੰਘ ਦਾ ਦੋਤਰਾ ਰਤਨ ਸਿੰਘ ਭੰਗੂ ਜਿਸ ਦਾ ਨਾਮ ਹੈ। ਸ੍ਰੀ ਸੁਧਾਸਰ ਟਿਕ ਜਿਸੈ, ਮੀਰਾ ਕੋਟ ਗ੍ਰਾਮ। ਅੰਮ੍ਰਿਤਸਰ ਦੇ ਲਾਗੇ ਮੀਰਾ ਕੋਟ ਜਿਸ ਦਾ ਪਿੰਡ ਹੈ। ਸੋ ਸਾਧ ਸੰਗਤ ਜੀ, ਇਹ ਭਾਈ ਰਤਨ ਸਿੰਘ ਜੀ ਨੇ ਲਿਖਿਆ। ਉਸ ਤੋਂ ਬਾਅਦ ਜਿਹੜੇ ਅੱਗੇ ਉਹਨਾਂ ਦੇ ਲਿਖਾਰੀ ਨੇ, ਉਹਦਾ ਉਤਾਰਾ ਕਰਨ ਵਾਲੇ ਲਿਖਾਰੀ ਵੱਲੋਂ ਕੁਝ ਪੰਕਤੀਆਂ ਲਿਖੀਆਂ ਮਿਲਦੀਆਂ, ਉਹ ਵੀ ਸੁਣ ਲਈਏ। ਦੋਹਰਾ ਮਦ ਸੋ ਮਹੀਨਿਓ ਦੂਸਰੀ, ਭੌਮ ਵਾਰ ਸ਼ੁਭ ਜਾਨ। ਮਾਘ ਦਾ ਮਹੀਨੇ ਦੀ ਦੂਸਰੀ ਤਰੀਕ ਸੀ। ਗ੍ਰੰਥ ਸਪੂਰਨ ਘਰ ਭਇਆ, ਸੰਧਿਆ ਸਮਾ ਪਛਾਨ। ਗ੍ਰੰਥ ਪੂਰਨ ਹੋ ਗਿਆ, ਸੰਧਿਆ ਦੇ ਸਮੇਂ ਲਿਖਿਆ ਹੈ। ਦੋਹਰਾ ਸੰਮਤ ਗ੍ਰਹਿ ਬਿਦ ਬਦਨ ਸਸ, ਪੁਨ ਸ਼ੰਕਰ ਮੁਖ ਜਾਨ। ਇਹ ਜਿਹੜਾ ਦੂਸਰਾ ਉਤਾਰਾ
ਪ੍ਰਕਾਸ਼ ਦਾ ਹੋਇਆ ਹੈ ਇਹ 1858 ਦੇ ਵਿੱਚ, ਯਾਨੀ ਭਾਈ ਰਤਨ ਸਿੰਘ ਜੀ ਦੇ ਲਿਖਣ ਤੋਂ 15 ਸਾਲ ਬਾਅਦ ਲਿਖਾਰੀ ਸਿੰਘ ਨੇ ਦੁਬਾਰਾ ਉਹਨੂੰ ਲਿਖਿਆ ਹੈ, ਕਾਪੀ ਕੀਤੀ, ਨਕਲ ਕੀਤੀ, ਉਹ ਸੰਮਤ ਦੇ ਰਿਹਾ ਹੈ। ਉਪਰ ਖੜਾਨਨ ਬਾਰ ਨਿਦ ਪੱਖ ਸੋ ਸੰਖਿਆ ਜਾਨ। ਸੋ ਇਹਦੀ ਜਿਹੜੀ ਪੱਖ ਸੰਖਿਆ ਗਿਣਤੀ ਦੱਸ ਰਹੇ ਨੇ, ਡੇਟ ਦੱਸ ਰਹੇ ਨੇ। ਦੋਹਰਾ ਪ੍ਰੋਢ ਸੁਜਨ ਸ਼ੁਭ ਬਸਤ ਹੈ ਸ੍ਰੀ ਅਨੰਦਪੁਰ ਜਾਨ। ਇੱਥੇ ਲਿਖਣ ਵਾਲਾ ਲਿਖਾਰੀ ਕਹਿੰਦਾ ਮੈਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਾ ਹਾਂ। ਗੁਰ ਕਿਰਪਾ ਹਰ ਨਾਮ ਤੇ ਸਭ ਜਗ ਕਰਤ ਬਖਾਨ। ਔਰ ਮੇਰੇ ਗੁਰੂ ਦੀ ਕਿਰਪਾ ਨਾਲ ਮੈਂ ਗ੍ਰੰਥ ਲਿਖਦਾ। ਸਾਧ ਸੰਗਤ ਜੀ, ਉਸ ਜ਼ਮਾਨੇ ਵਿੱਚ ਛਾਪਾਖਾਨਾ ਤਾਂ ਹੁੰਦਾ ਨਹੀਂ ਸੀ। ਗ੍ਰੰਥ ਲਿਖਣ ਵਾਸਤੇ ਜਿਹੜੇ ਰਾਈਟਰ ਸਨ ਉਹ ਪੋਥੀਆਂ ਲਿਖ ਕੇ, ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਪੋਥੀਆਂ ਹੱਥ ਨਾਲ ਲਿਖ ਕੇ ਦਿੰਦੇ ਸਨ। ਉਹਨਾਂ ਨੂੰ ਸੰਗਤਾਂ ਕੁਝ ਮਾਇਆ ਦੇ ਦਿੰਦੀਆਂ ਸਨ ਜਾਂ ਕਾਗਜ਼ ਲੈ ਕੇ ਦੇ ਦਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਇਹ ਸਾਰਾ ਖਰਚਾ ਕਰਦੇ ਸੀ। ਅਨੰਦਪੁਰ ਸਾਹਿਬ, ਅੰਮ੍ਰਿਤਸਰ ਤੇ ਦਮਦਮੇ ਸਾਹਿਬ, ਨਨਕਾਣਾ ਸਾਹਿਬ, ਕਈ ਸ਼ਹਿਰਾਂ ਵਿੱਚ, ਨਗਰਾਂ 'ਚ ਲਿਖਾਰੀ ਬੈਠੇ ਲਿਖੀ ਜਾਂਦੇ ਸਨ। ਉਹਨਾਂ ਵਿੱਚੋਂ ਜਿਹਨਾਂ ਨੂੰ ਆਪਾਂ ਕਹਿ ਰਹੇ ਨੇ ਪੇਡ ਲਿਖਾਰੀ, ਜਿਹੜੇ ਪੈਸੇ ਲੈ ਕੇ ਲਿਖਦੇ ਸਨ, ਉਹਨਾਂ ਵਿੱਚੋਂ ਇਹ ਕੋਈ ਲਿਖਾਰੀ ਸਿੰਘ ਹੈ ਜਿਹੜਾ ਆਪਣਾ ਵੇਰਵਾ ਦੱਸ ਰਿਹਾ ਹੈ ਕਿ ਮੈਂ ਅਨੰਦਪੁਰ ਸਾਹਿਬ ਵਿੱਚ ਰਹਿੰਦਾ ਹਾਂ ਤੇ ਮੇਰਾ ਲਿਖਣ ਦਾ ਹੀ ਪੇਸ਼ਾ ਹੈ, ਲਿਖਣ ਦਾ ਹੀ ਕਾਰਜ ਹੈ। ਸੋਰਠਾ ਗ੍ਰੰਥ ਲਿਖਣ ਕੇ ਕਾਮ ਨਿਜ ਸੁਤ ਕੋ ਉਪਦੇਸਿਓ। ਮੇਰੇ ਪਿਤਾ ਨੇ ਮੈਨੂੰ ਇਹ ਕੰਮ ਸਿਖਾਇਆ ਸੀ ਤੇ ਮੈਂ ਆਪਣੇ ਪੁੱਤਰਾਂ ਨੂੰ ਇਹ ਕੰਮ ਲਿਖਣ ਦਾ ਸਿਖਾ ਰਿਹਾ ਹਾਂ। ਦਾਸ ਲਿਖਿਓ ਮਨ ਮਾਨ ਅਤਰ ਸਿੰਘ ਤੇ ਨਾਮ ਹੈ। ਮੇਰੇ ਪੁੱਤਰ ਨੇ ਇਹਦੀ ਕਾਪੀ ਲਿਖੀ ਹੈ, ਉਹਦਾ ਨਾਮ ਅਤਰ ਸਿੰਘ ਹੈ। ਮੈਂ ਹੂੰ ਅਤ ਅਜਾਨ ਲਿਖਿਓ ਨਹੀਂ ਕੋ ਗ੍ਰੰਥ ਕਬ। ਲਿਖਦੇ ਮੈਂ ਅਣਜਾਣ ਹਾਂ, ਮੈਨੂੰ ਗ੍ਰੰਥ ਲਿਖਣੇ ਨਹੀਂ ਆਉਂਦੇ। ਮੇਰੀ ਭੁੱਲ ਪਛਾਨ ਜਮਿਓ ਵਿਚਾਰ ਸੋ ਸੱਜਣੋ। ਮੈਂ ਭੁੱਲਣ ਹਾਰ ਹੈ। ਨਿਮਰਤਾ ਨਾਲ ਲਿਖਾਰੀ ਲਿਖਦੇ ਹੁੰਦੇ ਸਨ ਵੀ ਅਸੀਂ ਅਣਜਾਣ ਹਾਂ, ਮੇਰੀ ਕੋਈ ਗਲਤੀ ਹੋ ਗਈ ਲਿਖਣ ਵਿੱਚ ਤਾਂ ਮਾਫ ਕਰ ਦੇਣਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਗ੍ਰੰਥ ਲਿਖਿਆ ਗਿਆ। ਪਹਿਲਾਂ ਸਨ 1841 ਦੇ ਵਿੱਚ ਭਾਈ ਰਤਨ ਸਿੰਘ ਜੀ ਨੇ ਆਪ ਲਿਖਿਆ। ਉਸ ਦੀ ਦੂਸਰੀ ਕਾਪੀ ਅਨੰਦਪੁਰ ਸਾਹਿਬ ਦੇ ਇੱਕ ਲਿਖਾਰੀ ਨੇ 15 ਸਾਲ ਬਾਅਦ ਕੀਤੀ ਤੇ ਉਸ ਤੋਂ ਵੀ 8-9 ਸਾਲ ਬਾਅਦ ਇੱਕ ਹੋਰ ਲਿਖਾਰੀ ਨੇ। ਇਹ 3-4 ਕਾਪੀਆਂ ਪੁਰਾਣੀਆਂ ਜਿਹੜੀਆਂ ਸਨ ਉਹ ਡਾਕਟਰ ਭਾਈ ਵੀਰ ਸਿੰਘ ਜੀ ਨੇ ਲੈ ਕੇ 1914 ਦੇ ਵਿੱਚ ਇਸ ਗ੍ਰੰਥ ਨੂੰ ਪਹਿਲੀ ਵਾਰ ਛਾਪੇ ਵਿੱਚ ਲਿਆਂਦਾ ਤੇ ਫਿਰ ਇਸ ਗ੍ਰੰਥ ਦਾ ਪ੍ਰਚਾਰ ਹੋਇਆ। ਪਹਿਲਾਂ ਇੱਦਾਂ ਹੱਥ ਲਿਖਤ ਘੱਟ ਹੋਣ ਕਰਕੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੁੰਦਾ ਸੀਗਾ ਤੇ ਉਹ ਕਾਪੀਆਂ ਹੱਥ ਨਾਲ ਹੀ ਉਤਾਰਾ ਕਰਿਆ ਕਰਦੇ ਸਨ। ਭਾਈ ਸਾਹਿਬ ਵੀਰ ਸਿੰਘ ਜੀ ਨੇ ਇਹਨੂੰ ਛਾਪੇ 'ਚ ਲਿਆਂਦਾ, ਫਿਰ ਇਹ ਘਰ ਘਰ ਪਹੁੰਚ ਗਿਆ ਤੇ ਹੁਣ ਇਹਦੀ ਕਥਾ ਵੀ ਜਿਹੜੀ ਹੈ ਬਾਬਾ ਸੰਤਾ ਸਿੰਘ ਜੀ ਹੋਰਾਂ ਨੇ ਰਿਕਾਰਡਿੰਗ ਕਰਾ ਕੇ ਤੇ ਹੱਥ ਨਾਲ ਲਿਖਵਾ ਕੇ 2 ਪੋਥੀਆਂ ਛਪਵਾਈ ਹੋਈ ਹੈ। ਜੇ ਕਿਸੇ ਨੇ ਅਰਥ ਪੜ੍ਹਨੇ ਹੋਣ ਉਹ ਟੀਕਾ ਵੀ ਇੱਥੇ ਤੁਹਾਡੀ ਲਾਇਬ੍ਰੇਰੀ 'ਚ ਪਿਆ ਹੈ, ਉੱਥੋਂ ਤੁਸੀਂ ਲੈ ਕੇ ਵੀ ਪੜ੍ਹ ਸਕਦੇ ਹੋ ਤੇ ਇਹਦੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ। ਸੋ ਪੰਥ ਪ੍ਰਕਾਸ਼ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਵੀ ਛਾਪਿਆ। ਇਹ ਜੋ ਪੋਥੀ ਸਾਡੇ ਕੋਲ ਹੈ ਇਹ ਸ਼੍ਰੋਮਣੀ ਕਮੇਟੀ ਵਾਲੀ ਹੈ ਤੇ ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਦਾ ਛਾਪਿਆ ਹੋਇਆ ਵੀ ਮਿਲਦਾ ਹੈ। ਇਹ ਗ੍ਰੰਥ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਸੁਣਾਉਣਾ ਚਾਹੀਦਾ ਹੈ ਤਾਂ ਕਿ ਸੀਨਾ ਬਸੀਨਾ, ਦੇਖੋ ਯਹੂਦੀਆਂ ਨੂੰ 3000-4000 ਸਾਲ ਤੋਂ ਜੰਗ ਯੁੱਧ ਕਰਦਿਆਂ ਨੂੰ ਹੋ ਗਏ ਨੇ, ਉਹਨਾਂ ਦੀ ਕੌਮ ਨੇ ਬੜੀ ਮਾਰ ਖਾਧੀ ਹੈ, ਪਰ ਯਹੂਦੀ ਇੱਕ ਕੰਮ ਦਾ ਖਿਆਲ ਰੱਖਦੇ ਆ ਕਿ ਆਪਣੇ ਬੱਚਿਆਂ ਨੂੰ ਆਪਣੀ ਸਾਰੀ ਹਿਸਟਰੀ ਪੜ੍ਹਾ ਦਿੰਦੇ ਆ। ਜੇ ਉਹ ਹਿਸਟਰੀ ਨਾ ਪੜ੍ਹਾਉਣ ਤੇ ਕੌਮ ਖਤਮ ਹੋ ਜਾਵੇ ਤੇ ਖਾਲਸਾ ਵੀ ਜੇ ਆਪਣੀ ਬੱਚਿਆਂ ਨੂੰ ਇਹ ਪੰਥ ਪ੍ਰਕਾਸ਼ ਨਹੀਂ ਪੜ੍ਹਾਏਗਾ ਤੇ ਸਾਨੂੰ ਆਪਣਾ ਵਿਰਸਾ ਭੁੱਲ ਜਾਏਗਾ। ਇਸ ਕਰਕੇ ਸਾਨੂੰ ਪੰਥ ਪ੍ਰਕਾਸ਼ ਜੋ ਭਾਈ ਰਤਨ ਸਿੰਘ ਜੀ ਸ਼ਹੀਦ ਦੇ ਪਰਿਵਾਰ, ਸ਼ਹੀਦਾਂ ਦੇ ਪਰਿਵਾਰ 'ਚ ਗੁਰਮੁਖ ਸਨ, ਉਹਨਾਂ ਦੇ ਹੱਡੀ ਬੀਤੀ ਇਤਿਹਾਸ ਲਿਖਿਆ ਹੈ, ਉਹ ਆਪਾਂ ਸਰਵਣ ਕਰੀਏ। ਸੋ ਇਹ ਪਿਛਲੇ ਦਿਨਾਂ ਤੋਂ ਕਥਾ ਦਾਸ ਹਾਜ਼ਰੀ ਭਰਦਾ ਰਿਹਾ ਤੇ ਇਹ ਇੱਕ ਤਾਂ ਅੰਗਰੇਜ਼ਾਂ ਨੇ ਵੀ ਇਹ ਭਾਈ ਰਤਨ ਸਿੰਘ ਨੇ ਅੰਗਰੇਜ਼ਾਂ ਨੂੰ ਲਿਖਾਇਆ ਸੀ, ਕੈਪਟਨ ਮਰੀ ਨੂੰ, ਤੇ ਉਹ ਈਸਟ ਇੰਡੀਆ ਕੰਪਨੀ ਦੀ ਰਾਣੀ ਅਲਜ਼ਾਬੈਥ ਜਿਹੜੀ ਉਸ ਵੇਲੇ ਸੀਗੀ, ਉਸ ਵੇਲੇ ਵੀ ਮਹਾਰਾਣੀ ਵਿਕਟੋਰੀਆ ਉਹਦੇ ਕੋਲ ਇਹ
ਰਿਕਾਰਡ ਪਹੁੰਚਿਆ ਸੀ ਇੰਗਲੈਂਡ। ਪਹਿਲਾਂ ਕਲਕੱਤੇ ਗਿਆ ਤੇ ਉੱਥੋਂ ਇੰਗਲੈਂਡ ਰਾਣੀ ਨੇ ਪੜ੍ਹਿਆ। ਫਿਰ ਉਹਨੇ ਇਹਦੀਆਂ ਕਾਪੀਆਂ ਅੰਗਰੇਜ਼ੀ 'ਚ ਕਰਾ ਕੇ ਕਈ ਲਾਇਬ੍ਰੇਰੀਆਂ 'ਚ ਰੱਖੀਆਂ ਅੰਗਰੇਜ਼ਾਂ ਨੇ, ਤੇ ਖਾਲਸਾ ਪੰਥ ਪੜ੍ਹ ਲਵੇਗਾ ਇਹ ਸੋਚ ਕੇ ਰਤਨ ਸਿੰਘ ਨੇ ਪੰਜਾਬੀ ਦੇ ਵਿੱਚ ਵੀ ਇਹ ਗੁਰਮੁਖੀ ਕਵਿਤਾ ਦੇ ਵਿੱਚ, ਛੰਦਾਬੰਦੀ ਦੇ ਵਿੱਚ ਸਾਡੇ ਵਾਸਤੇ ਇੱਕ ਪਰਉਪਕਾਰ ਕਰ ਦਿੱਤਾ। ਸੋ ਖਾਲਸਾ ਜੀ ਪੰਥ ਪ੍ਰਕਾਸ਼ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਦਾਸ ਦੇ ਸਰੀਰ ਕੋਲੋਂ ਲਗਭਗ 2 ਮਹੀਨੇ ਸੇਵਾ ਮਹਾਰਾਜ ਨੇ ਲਈ ਹੈ। ਤੁਸੀਂ ਪ੍ਰੇਮ ਕੀਤਾ ਬਹੁਤ, ਕੈਦਗਿਰੀ ਦੀਆਂ ਸੰਗਤਾਂ ਨੇ ਦਾਸ ਕੋਲੋਂ ਹਾਜ਼ਰੀ ਭਰਦਿਆਂ ਹੋਇਆਂ, ਕਥਾ ਵਿੱਚ ਬਚਨ ਵਿਲਾਸ ਕਰਦਿਆਂ ਹੋਇਆਂ, ਸੰਗਤ 'ਚ ਵਿਚਰਦਿਆਂ ਹੋਇਆਂ ਕੋਈ ਗਲਤੀ ਹੋਈ ਹੋਵੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਤੇ ਅੱਗੇ ਨੂੰ ਪਰਮੇਸ਼ਰ ਦਾ ਜਿਵੇਂ ਹੁਕਮ ਹੋਵੇਗਾ। ਨਦੀ ਨਾਮ ਸੰਜੋਗੀ ਮੇਲੇ ਹੁੰਦੇ ਆ ਜ਼ਿੰਦਗੀ ਦੇ, ਜੇ ਪਰਮੇਸ਼ਰ ਨੇ ਕਦੀ ਚਾਹਿਆ ਫਿਰ ਸੰਗਤਾਂ ਦੇ ਦਰਸ਼ਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਸੁਣ ਲਈਏ ਜੀ। ਮੈਂ ਹੂੰ ਅਤ ਅਜਾਨ, ਲਿਖਿਓ ਨਹੀਂ ਕੋ ਗ੍ਰੰਥ ਕਬ, ਮੇਰੀ ਭੁੱਲ ਪਛਾਨ, क्षम्यो विचार सो सज्जनो। वाहिगुरु जी का खालसा, वाहिगुरु जी की फतेह। हे गोबिंद हे गोपाल हे दयाल लाल, प्राणनाथ अनाथ सखे दीन दर्द निवार, हे समरथ अगम पूरण, मोहे मया तहार, अंधकूप महाभयान, नानक पार उतार, आए प्रभ शरणागति कृपा नित दयाल, एक अखर हर मन बस्त, नानक होत निहाल। वाहिगुरु नाम जहाज है, जड़े सुतरे पार, जो शरदा कर सेव